ਕਿੰਨੇ ਕੁ ਰੁਪਏ ਕਮਾ ਲਏ ਹੋਣਗੇ ਯੂਨੀਅਨ ਚੋਂ? ਕਮਾਏ ਤਾਂ ਕੀ ਹੈਗਾ, ਖਰਚਾ ਹੀ ਕੀਤਾ ਹੋਊਗਾ ਜਿਹੜੇ ਦੋ ਪੈਸੇ ਆਪਦੇ ਕੋਲੇ ਸੀਗੇ। ਜੇ ਲੋਕਾਂ ਦੀ ਸੁਣੀਏ ਤਾਂ ਕਮਾਈ ਦੇ ਸਾਧਨ ਤਾਂ ਇਹਨਾਂ ਦੇ ਬਹੁਤ ਗਿਣਾ ਦਿੰਦੇ ਨੇ, ਪਰ ਸਾਨੂੰ ਪਤਾ ਪਰਿਵਾਰਕ ਮੈਂਬਰ ਹੋਣ ਦੇ ਨਾਤੇ ਕਮਾਈ ਦਾ ਕੋਈ ਸਾਡੇ ਕੋਲ ਜ਼ਿਆਦਾ ਜ਼ਮੀਨ ਵੀ ਕੋਈ ਹੈ ਨਹੀਂ ਗੀ। ਕਮਾਈ ਦੇ ਵਿੱਚ ਸਿਰਫ ਜਿਹੜੇ ਅਸੀਂ ਗਾਈਆਂ ਰੱਖੀਆਂ ਹੋਈਆਂ ਨੇ ਉਹ ਮੰਮੀ ਸਾਂਭਦੇ ਨੇ, ਦੁੱਧ ਵਗੈਰਾ ਹੁੰਦਾ ਜਾਂ ਮੈਂ ਜੌਬ ਕਰਦੀ ਹਾਂ। डेढ़ महीना जेल च रहा, लोगों ने मैंने कढ़ाया तो मैंने बाहरों मतलब जोड़े मित्र दोस्त से उन्होंने सहायता की मेरी 2.25 लाख रुपये। 2.25 लाख रुपया फिर मैं वो यही सोचा भी मना हम तू जेल चो जो निकलिया लोगों ने भरन करके निकलिया भी शीश लोगों वास्ते है भी ये लोगों ने दिता कि मुझे हूँ मोटरसाइकिल से जाके दिता नहीं जाना दुआबे माझे च। हक जदों मैं जीन दे मंगा पत्थर मारे जाते ने, मर जावां तां मेरे उत्ते फुल खंडारे जाते ने। ਸਤਿ ਸ੍ਰੀ ਅਕਾਲ ਦੋਸਤੋ, ਮੈਂ ਗੁਰਪ੍ਰੀਤ ਕੋਟਲੀ ਤੇ ਇਸ ਵਕਤ ਮੌਜੂਦ ਹਾਂ ਟਿੱਕਰੀ ਬਾਰਡਰ ਤੇ। ਕਿਸਾਨ ਆਗੂਆਂ ਤੇ ਅਕਸਰ ਹੀ ਦੋਸ਼ ਲੱਗਿਆ ਜਾਂਦਾ ਕਿ ਉਹ ਪਹਿਲਾਂ ਤਾਂ ਜਿਹੜੇ ਫਲਾਈਟਾਂ 'ਚ ਰਹਿੰਦੇ ਆ, ਬਾਕੀ ਉਹਨਾਂ ਦੀਆਂ ਕੋਠੀਆਂ ਹੀ ਬਹੁਤ ਹੈ, ਤੇ ਤੀਜਾ ਜਿਹੜਾ ਉਹ ਲੋਕਾਂ ਦੇ ਜਿਹੜੇ ਧੀਆਂ ਪੁੱਤਾਂ ਨੂੰ ਤਾਂ ਕਹਿੰਦੇ ਆ ਵੀ ਮੋਰਚਿਆਂ 'ਚ ਆਓ, ਪਰ ਆਪਦੇ ਧੀਆਂ ਪੁੱਤਾਂ ਜ਼ਿਆਦਾਤਰ ਬਾਹਰ ਪੜ੍ਹਦੇ ਆ, ਕਿਸੇ ਦੇ ਕੁਛ ਹੈ। ਫਿਲਹਾਲ ਦੀ ਘੜੀ ਮੈਂ ਇਸ ਵਕਤ ਜਿਹੜਾ ਮਨਜੀਤ ਧਨੇਰ ਜਿਹੜੇ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਡਕਾਉਂਦਾ ਦੇ ਸੀਨੀਅਰ ਮੀਤ ਪ੍ਰਧਾਨ ਆ, ਉਹਨਾਂ ਦੇ ਪਰਿਵਾਰ ਨਾਲ ਮੇਰੇ ਨਾਲ ਮਨਜੀਤ ਧਨੇਰ ਵੀ ਨੇ, ਉਹਨਾਂ ਦੀ ਪੋਤੀ, ਉਹਨਾਂ ਦੇ ਪੋਤੇ ਪੋਤੀਆਂ, ਉਹਨਾਂ ਦੀ ਨੂੰਹ, ਉਹਨਾਂ ਦੀਆਂ ਭਰਜਾਈਆਂ, ਸਾਰੀਆਂ ਜਿਹੜੇ ਪੂਰਾ ਦਾ ਪੂਰਾ ਪਰਿਵਾਰ ਆ। ਉਦੋਂ ਬਾਅਦ ਉਹਨਾਂ ਦੇ ਪਿੰਡ ਦੇ ਜਿਹੜੀਆਂ ਬੀਬੀਆਂ ਉਹ ਵੀ ਇੱਥੇ ਮੌਜੂਦ ਨੇ। ਧਨੇਰ ਸਾਹਿਬ ਨਾਲ ਗੱਲ ਕਰਦੇ, ਉਹਨਾਂ ਦੇ ਪਰਿਵਾਰ ਨਾਲ ਗੱਲ ਕਰਦੇ ਆ ਕਿ ਕਿਸ ਤਰ੍ਹਾਂ ਜਿਹੜਾ ਹੈਗਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਸੰਘਰਸ਼ ਆ, ਉਹਨਾਂ ਦੇ ਪਰਿਵਾਰ 'ਤੇ ਕਿਸ ਤਰ੍ਹਾਂ ਅਫੈਕਟ ਕਰਦਾ, ਜਾਂ ਪਰਿਵਾਰ ਦਾ ਧਨੇਰ ਸਾਹਿਬ ਨੂੰ ਕੀ ਸਹਿਯੋਗ ਰਹਿੰਦਾ। ਮੈਂ ਸਭ ਤੋਂ ਪਹਿਲਾਂ ਧਨੇਰ ਸਾਹਿਬ ਦੀ ਜਿਹੜੀ ਨੂੰਹ ਆ ਉਹਨਾਂ ਨਾਲ ਗੱਲਬਾਤ ਕਰਦਾ। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਵੀਰ ਜੀ। ਤੁਹਾਨੂੰ ਜਿਹੜਾ ਹੈਗਾ ਧਨੇਰ ਪਰਿਵਾਰ ਨਾਲ ਜੁੜੇ ਨੂੰ ਕਿੰਨਾ ਚਿਰ ਹੋ ਗਿਆ ਜੀ? ਮੇਰੇ ਵਿਆਹ ਨੂੰ 8 ਸਾਲ ਹੋ ਗਏ ਜੀ, ਤੇ ਉਦੋਂ ਤੋਂ ਹੀ ਮੈਂ ਸੰਘਰਸ਼ ਬਾਰੇ ਪਹਿਲਾਂ ਪਤਾ ਨਹੀਂ ਸੀ ਬਿਲਕੁਲ ਵੀ। ਪਾਪਾ ਦੇ ਨਾਲ ਜੁੜ ਕੇ ਹੀ, ਇਸ ਪਰਿਵਾਰ ਨਾਲ ਜੁੜ ਕੇ ਹੀ ਮੈਨੂੰ ਕਿਸਾਨ ਅੰਦੋਲਨ ਹੁੰਦਾ ਕੀ ਹੈ, ਸੰਘਰਸ਼ ਕੀ ਹੁੰਦਾ, ਸੰਘਰਸ਼ ਦਾ ਜਿਹੜਾ ਪਿਛੋਕੜ ਹੈ ਆਪਾਂ ਨੂੰ ਉਹ ਪਤਾ ਲੱਗਦਾ। ਕਿਉਂਕਿ ਜਿਵੇਂ ਤੁਸੀਂ ਹੁਣ ਗੱਲ ਕੀਤੀ ਕਿ ਮੀਡੀਆ ਦੇ ਵਿੱਚ ਇਹ ਬਹੁਤ ਪ੍ਰਚਲਿਤ ਰਹਿੰਦਾ ਕਿ ਆਪ ਤਾਂ ਉਹ ਏਸੀਆਂ 'ਚ ਰਹਿੰਦੇ ਨੇ, ਹੋਟਲਾਂ 'ਚ ਰਹਿੰਦੇ ਨੇ, ਆਪਣੇ ਉਹਨਾਂ ਦੇ ਬੱਚੇ ਬਾਹਰ ਰਹਿੰਦੇ ਨੇ, ਆਪਣਿਆਂ ਨੂੰ ਧਰਨਿਆਂ 'ਚ ਲੈ ਕੇ ਨਹੀਂ ਆਉਂਦੇ, ਲੋਕਾਂ ਨੂੰ ਬੜਾ ਪ੍ਰੇਰਿਤ ਕਰਦੇ ਨੇ ਕਿ ਧਰਨਿਆਂ 'ਚ ਆਓ। ਕਿਤੇ ਨਾ ਕਿਤੇ ਲੱਗਦਾ ਜੋ ਆਪਾਂ ਉਹਨਾਂ ਦੇ ਪਰਿਵਾਰਾਂ ਨਾਲ ਜੁੜੇ ਨਹੀਂ ਹੁੰਦੇ, ਆਪਾਂ ਵੀ ਇਹੀ ਸੋਚਦੇ ਹਾਂ। ਪਰ ਜਦੋਂ ਮੈਂ ਉਹਨਾਂ ਦੇ ਪਰਿਵਾਰ ਦਾ ਹਿੱਸਾ ਬਣੀ ਤਾਂ ਮੈਨੂੰ ਲੱਗਦਾ ਇਹ ਸੋਚ ਆਪਣੀ ਬਦਲ ਜਾਂਦੀ ਹੈ। ਆਪਾਂ ਨੂੰ ਪਤਾ ਲੱਗ ਜਾਂਦਾ ਕਿ ਉਹ ਲੋਕ, ਉਹ ਕਿਸਾਨ ਆਗੂ ਜਿਨ੍ਹਾਂ ਨੂੰ ਅੱਜ ਕੱਲ੍ਹ ਕਿਸਾਨੀ ਲੀਡਰ ਕਿਹਾ ਜਾਂਦਾ, ਉਹ ਆਗੂ ਕਿੰਨੇ ਕੁ ਜ਼ਮੀਨ ਦੇ ਨਾਲ ਜੁੜੇ ਹੋਏ ਨੇ। ਜੋ ਲੋਕਾਂ ਨੂੰ ਕਹਿੰਦੇ ਨੇ ਉਹ ਆਪ ਵੀ ਉਹਨਾਂ ਗੱਲਾਂ 'ਤੇ ਖਰੇ ਉਤਰਦੇ ਨੇ, ਤਾਂ ਹੀ ਉਹ ਲੋਕਾਂ ਨੂੰ ਉਹਨਾਂ ਗੱਲਾਂ ਲਈ ਪ੍ਰੇਰਿਤ ਕਰ ਸਕਦੇ ਨੇ। ਤੁਸੀਂ ਇਹ ਗੱਲਾਂ ਕੀਤੀਆਂ ਐਜ਼ ਏ ਫੈਮਿਲੀ ਮੈਂਬਰ, ਜਦੋਂ ਮੰਨ ਲਓ ਧਨੇਰ ਸਾਹਿਬ ਆਪਾਂ ਅੱਗੇ ਧਰਨਿਆਂ 'ਤੇ ਹੁੰਦੇ ਨੇ ਲਗਾਤਾਰ, ਉਦੋਂ ਪਹਿਲਾਂ ਚਲੋ ਜੇਲ੍ਹਾਂ ਕੱਟੀਆਂ, ਉਦੋਂ ਤਾਂ ਚਲੋ ਤੁਹਾਡੇ ਪਰਿਵਾਰ ਨਾਲ ਰਿਲੇਸ਼ਨ ਨਹੀਂ ਸੀਗੇ। ਜਿਹੜਾ ਹੈਗਾ ਫਿਰ ਜਿਹੜੀ ਆਪਾਂ ਅੱਗੇ ਇਨਕਮ ਦਾ ਸੋਰਸ ਆ, ਸਭ ਤੋਂ ਪਹਿਲਾਂ ਹਮੇਸ਼ਾ ਹੀ ਇਹ 'ਤੇ ਆਉਂਦਾ ਵੀ ਇਹਨਾਂ ਦੀ ਕਮਾਈ ਦਾ ਸਾਧਨ ਕੀ ਹੈ ਪਰਿਵਾਰ ਦੇ? ਜੇ ਲੋਕਾਂ ਦੀ ਸੁਣੀਏ ਤਾਂ ਕਮਾਈ ਦੇ ਸਾਧਨ ਤਾਂ ਇਹਨਾਂ ਦੇ ਬਹੁਤ ਗਿਣਾ ਦਿੰਦੇ ਨੇ, ਪਰ ਸਾਨੂੰ ਪਤਾ ਪਰਿਵਾਰਕ ਮੈਂਬਰ ਹੋਣ ਦੇ ਨਾਤੇ ਕਮਾਈ ਦਾ ਕੋਈ ਸਾਡੇ ਕੋਲ ਜ਼ਿਆਦਾ ਜ਼ਮੀਨ ਵੀ ਕੋਈ ਹੈ ਨਹੀਂ ਗੀ। ਕਮਾਈ ਦੇ ਵਿੱਚ ਸਿਰਫ ਜਿਹੜੇ ਅਸੀਂ ਗਾਈਆਂ ਰੱਖੀਆਂ ਹੋਈਆਂ ਨੇ ਉਹ ਮੰਮੀ ਸਾਂਭਦੇ ਨੇ, ਦੁੱਧ ਵਗੈਰਾ ਹੁੰਦਾ ਜਾਂ ਮੈਂ ਜੌਬ ਕਰਦੀ ਹਾਂ। ਹੋਰ ਕੋਈ ਇੰਨਾ ਸਾਡਾ ਇਨਕਮ ਹੈ ਨਹੀਂ ਕਮਾਈ ਦਾ। ਜੋ ਵੀ ਹੈ ਪਾਪਾ ਦੀ ਅਗਰ ਗੱਲ ਕਰੀਏ ਤਾਂ ਸਾਡੀ ਬਸ ਸਿਰਫ ਸਾਨੂੰ ਮੋਟੀਵੇਟ ਕਰਦੇ ਨੇ, ਅਸੀਂ ਕੰਮ ਕਰਦੇ ਹਾਂ ਉਹਦੇ ਵਾਸਤੇ ਸਾਨੂੰ ਦੱਸਦੇ ਨੇ ਕਿ ਕੀ ਚੰਗਾ ਹੈ ਕੀ ਬੁਰਾ ਹੈ, ਤੁਸੀਂ ਕੀ ਕੰਮ ਕਰਨਾ ਹੈ ਕਿਵੇਂ ਨਹੀਂ ਕਰਨਾ, ਉਹ ਸਾਨੂੰ ਗਾਈਡ ਜ਼ਰੂਰ ਕਰਦੇ ਰਹਿੰਦੇ ਆ ਟਾਈਮ ਟੂ ਟਾਈਮ ਜਿਵੇਂ ਜਿਵੇਂ ਲੋੜ ਹੁੰਦੀ ਆ। ਪਰ ਜ਼ਿਆਦਾ ਉਹਨਾਂ ਦਾ ਧਿਆਨ ਸਿਰਫ ਤੇ ਸਿਰਫ ਅੱਜ ਕੱਲ੍ਹ ਤਾਂ ਕਿਸਾਨੀ ਅੰਦੋਲਨ ਦੇ ਵਿੱਚ ਜਾਂ ਇਸ ਅੰਦੋਲਨ ਤੋਂ ਪਹਿਲਾਂ ਵੀ ਸਿਰਫ ਤੇ ਸਿਰਫ ਸਮਾਜ ਸੇਵਾ ਦੇ ਕੰਮਾਂ ਦੇ ਵਿੱਚ ਹੀ ਸੀਗਾ। ਕੰਮਾਂ ਦੇ ਵਿੱਚ ਸੀ। ਤੇ ਮੇਰੇ ਨਾਲ ਧਨੇਰ ਸਾਹਿਬ ਨੇ। ਧਨੇਰ ਸਾਹਿਬ, ਜਦੋਂ ਇੱਕ ਚਲੋ ਐਜ ਏ ਫੈਮਿਲੀ ਮੈਂਬਰ ਗੱਲ ਕਰਦੇ ਹਾਂ, ਦੂਸਰੇ ਵਾਸਤੇ ਤਾਂ ਬਹੁਤ ਆਪਾਂ ਇੰਟਰਵਿਊਆਂ ਕੀਤੀਆਂ, ਜਦੋਂ ਪਰਿਵਾਰ ਦੇ ਵਿੱਚ ਕਿੰਨੇ ਕੁ ਟਾਈਮ ਜਾਂਦੇ ਹੋ? ਜਦੋਂ ਪੰਜਾਬ 'ਚ ਹੁੰਦੇ ਆ ਉਦੋਂ ਤਾਂ ਫਿਰ ਤਕਰੀਬਨ ਰਾਤ ਨੂੰ ਜਾਈ ਵੜੀ ਦਾ, ਸ਼ਾਮ ਨੂੰ ਕੋਇਲਾ ਤਾਂ ਹੋ ਜਾਂਦਾ ਤੇ ਸੁਬਾਹ ਫਿਰ ਨਿਕਲ ਜਾਈਦਾ ਕਿਸੇ ਪਾਸੇ। ਇੱਕ ਵਧੀਆ ਗੱਲ ਇਹ ਹੋਈ ਆ ਜਿਹੜਾ ਤੁਸੀਂ ਇੱਧਰ ਪੁੱਛਦੇ ਵੀ ਸੀ ਮੇਰੀ ਨੌਂ ਬੇਟੀ ਨੂੰ, ਇਹ ਇਨਕਮ ਦੇ ਸੋਰਸ ਉਹ ਮੈਨੂੰ ਲੱਗਦਾ ਵੀ ਮੈਨੂੰ ਦੱਸ ਦੇਣਾ ਚਾਹੀਦਾ। ਜਦੋਂ ਮੈਂ ਜੇਲ੍ਹ 'ਚ ਸੀ ਨਾ, ਡੇਢ ਮਹੀਨਾ ਜੇਲ੍ਹ 'ਚ ਰਿਹਾ, ਲੋਕਾਂ ਨੇ ਮੈਨੂੰ ਕਢਾਇਆ ਤਾਂ ਮੈਨੂੰ ਬਾਹਰੋਂ ਮਤਲਬ ਜਿਹੜੇ ਮਿੱਤਰ ਦੋਸਤ ਸੀ ਉਹਨਾਂ ਨੇ ਸਹਾਇਤਾ ਕੀਤੀ ਮੇਰੀ 2.25 ਲੱਖ ਰੁਪਈਏ ਦੀ। 2.25 ਲੱਖ ਰੁਪਈਆ ਫਿਰ ਮੈਂ ਉਹ ਇਹ ਸੋਚਿਆ ਵੀ ਮਨਾ ਹੁਣ ਤੂੰ ਜੇਲ੍ਹ 'ਚ ਜਦੋਂ ਨਿਕਲਿਆ ਲੋਕਾਂ ਨਾਲ ਭਰਨ ਕਰਕੇ ਨਿਕਲਿਆ ਵੀ ਸੀਸ ਲੋਕਾਂ ਵਾਸਤੇ ਆ, ਵੀ ਇਹ ਲੋਕਾਂ ਨੂੰ ਦਿੱਤਾ ਕਿਵੇਂ ਜਾਊ, ਹੁਣ ਮੋਟਰਸਾਈਕਲ 'ਤੇ ਜਾ ਕੇ ਦਿੱਤਾ ਨਹੀਂ ਜਾਣਾ ਦੁਆਬੇ ਮਾਝੇ 'ਚ। ਫਿਰ ਮੈਂ ਉਹ ਬਣਾ ਲਈ ਅਤੇ ਮਿੱਤਰਾਂ ਨਾਲ ਰਾਏ ਕੀਤੀ
ਅਸੀਂ ਗੱਡੀ ਲੈ ਲਈ ਮੈਰਿਟਜ, ਉਹ 2.25 ਲੱਖ ਪਾ ਕੇ ਤੇ 10-10 ਹਜ਼ਾਰ ਰੁਪਏ ਮੇਰੇ ਦੋ ਮਿੱਤਰਾਂ ਨੇ ਹੋਰ ਨਿੱਜੀ ਤੌਰ ਤੇ ਉਹਦੇ ਕੋਲ ਪਾ ਕੇ ਸਾਡੀ ਇਹ 240 ਦੀ ਗੱਡੀ ਆਈ ਸੀ। ਫਿਰ ਉਹ ਗੱਡੀ 'ਚ ਮਤਲਬ ਜਿਹੜਾ ਤੇਲ ਆ ਜਥੇਬੰਦੀ ਦਾ, ਉਹ ਗੱਡੀ ਰਾਹੀਂ ਸੇਵਾ ਕਰਦੇ ਆ। ਤੇ ਉਹ ਜਿਹੜਾ ਸਰਬੰਸ ਦਾਨ ਕਰਨ ਵਾਲੀ ਗੱਲ ਮੈਨੂੰ ਯਾਦ ਆਈ ਸੀ ਵੀ ਨਹੀਂ 2.25 ਲੱਖ ਮੈਂ ਆਪਦੇ ਵਾਸਤੇ ਵਰਤ ਸਕਦਾ ਸੀ ਘਰਿਓ, ਪਰ ਮੇਰੀ ਮਾਨਸਿਕਤਾ ਨੇ ਆਰਡਰ ਨਹੀਂ ਦਿੱਤਾ। ਹਾਂ ਵੀ ਇਹ ਫਿਰ ਵੰਡਿਆ ਨਹੀਂ ਜਾਣਾ, ਚਾਨਣ ਜਿਹੜਾ ਲੋਕਾਂ 'ਚ ਸਾਧਨ ਹੋਣਾ ਜ਼ਰੂਰੀ ਹੈ। ਤੇਲ ਜਥੇਬੰਦੀ ਦੇ ਦਿੰਦੀ ਹੈ, ਗੱਡੀ ਮੇਰੀ ਆਪਦੀ ਹੈ। ਤੁਸੀਂ ਜਿਹੜਾ ਹੈਗਾ ਤੁਹਾਡਾ ਪਿੰਡ ਧਨੇਰ ਹੈ ਜੀ? ਹਾਂਜੀ। ਇਹਨਾਂ ਦੇ ਜਿਹੜੇ ਪਰਿਵਾਰ ਨੂੰ ਕਦੋਂ ਤੋਂ ਜਾਣਦੇ? ਅਸੀਂ ਘੱਟੋ ਘੱਟ 25 ਸਾਲ ਤੋਂ, ਜਦੋਂ ਦਾ ਕਰਨਜੀਤ ਦਾ ਕਤਲकांड ਹੋਇਆ ਉਦੋਂ ਤੋਂ ਜਾਣਦੇ ਹਾਂ। ਚਲੋ ਆਪਾਂ ਧਨੇਰ ਸਾਹਿਬ ਦੀ ਨੂੰਹ ਤੋਂ ਤਾਂ ਇਹ ਪੁੱਛ ਨਹੀਂ ਸਕਦੇ ਕਿਉਂਕਿ ਉਹਨਾਂ ਦਾ 8 ਸਾਲ ਦਾ ਹੀ ਇਹਨਾਂ ਨਾਲ ਆਪਾਂ ਅੱਗੇ ਹੈਗਾ। ਪਰ ਉਦੋਂ ਪਹਿਲਾਂ ਜਦੋਂ ਆਪਾਂ ਅੱਗੇ ਧਨੇਰ ਸਾਹਿਬ ਜੇਲ੍ਹ 'ਚ ਸੀਗੇ, ਠੀਕ ਆ, ਉਦੋਂ ਪਿੰਡ ਦਾ ਸਹਿਯੋਗ ਕਿਸ ਤਰ੍ਹਾਂ ਦਾ ਸੀ? ਪਿੰਡ ਦਾ ਸਹਿਯੋਗ ਬਹੁਤ ਸੀਗਾ ਤੇ ਜਾਣੀ ਦੀ ਅਸੀਂ ਸ਼ਾਮ ਨੂੰ ਲੋਕਾਂ ਨੂੰ ਸੁਨੇਹਾ ਦਿੰਦੇ, ਸਵੇਰ ਨੂੰ ਸਾਰੇ ਇਕੱਠੇ ਕਰਕੇ ਲੈ ਕੇ ਜਾਂਦੇ ਵੀ ਕਦੇ 2 ਟਰਾਲੀਆਂ ਵੀ ਭਰ ਜਾਂਦੀਆਂ, ਕਦੇ 3 ਵੀ ਭਰ ਜਾਂਦੀਆਂ। ਆਲੇ ਦੁਆਲੇ ਪਿੰਡਾਂ ਦਾ ਬਹੁਤ ਜ਼ਿਆਦਾ ਸੀਗਾ। ਇੱਕ ਜਿਹੜੇ ਹੈਗਾ ਲੀਡਰ ਤਾਂ ਸ਼ਾਇਦ ਝੂਠ ਮਾਰ ਸਕਦਾ ਨਾ, ਪਰਿਵਾਰ ਵੀ ਝੂਠ ਮਾਰ ਸਕਦਾ। ਕਹਿੰਦੇ ਧਨੇਰ ਸਾਹਿਬ ਦੀ ਕਹਿੰਦੇ ਕੋਠੀ ਆ, ਪਿਛਲੇ ਦਿਨਾਂ 'ਚ ਬਹੁਤ ਰੌਲਾ ਪਾਇਆ, ਕਹਿੰਦੇ ਪਤਾ ਨਹੀਂ ਕਿਤੇ ਪਲਾਟ ਪਲੂਟ ਆ। ਕਿਸ ਤਰ੍ਹਾਂ ਦਾ ਘਰ ਹੈ? ਘਰ ਹੀ ਆ, ਕੋਠੀ ਤਾਂ ਹੁਣ ਸਾਨੂੰ ਤਾਂ ਪਤਾ ਹੀ ਆ, ਅਸੀਂ ਤਾਂ ਹੁਣ 25 ਸਾਲ ਦੇ ਇਹਨਾਂ ਦੇ ਨਾਲ ਹੀ ਹਾਂ। ਤੁਹਾਨੂੰ ਤਾਂ ਪਤਾ, ਲੋਕਾਂ ਨੂੰ ਜ਼ਰੂਰ ਦੱਸੋ ਵੀ ਕਿਸ ਤਰ੍ਹਾਂ ਦਾ ਉਹਨਾਂ ਦਾ ਘਰ ਹੈ। ਘਰ ਤਾਂ ਹੁਣ ਆਮ ਜਿਵੇਂ ਆਪਣੇ ਚੱਲ ਪਹਿਲਾਂ ਗਾਡਰ ਵਾਲੇ ਤੇ ਸੀਗਾ, ਉਹ ਗਾਡਰ ਵਾਲੇ ਫਿਰ ਇਹਨਾਂ ਨੇ ਥੋੜਾ ਜਿਹਾ ਉਹ ਲੈਂਟਰ ਲੂੰਟਰ ਲਾ ਲਿਆ ਤੇ ਉਹ ਪੁਰਾਣੀਆਂ ਕੰਧਾਂ ਦੇ ਉੱਤੇ ਲਾਇਆ ਹੈਗਾ। ਕਿੰਨੇ ਕੁ ਰੁਪਏ ਕਮਾ ਲਏ ਹੋਣਗੇ ਯੂਨੀਅਨ ਚੋਂ ਧਨੇਰ ਸਾਹਿਬ? ਕਮਾਏ ਤਾਂ ਕੀ ਹੈਗਾ, ਖਰਚਾ ਹੀ ਕੀਤਾ ਹੋਊਗਾ ਜਿਹੜੇ 2 ਪੈਸੇ ਆਪਦੇ ਕੋਲੇ ਸੀਗੇ। ਤੇ ਜਦੋਂ ਇਹ ਚੀਜ਼ਾਂ ਦੇਖਦੇ ਹੋ, ਲੋਕਾਂ ਦੇ ਇਲਜ਼ਾਮ ਦੇਖਦੇ ਹੋ, ਫਿਰ ਕਿਵੇਂ ਲੱਗਦਾ ਹੁੰਦਾ ਵੀ ਯਾਰ ਬਿਨਾਂ ਗੱਲੋਂ ਕਿਸੇ ਨੂੰ ਬਦਨਾਮ ਕਰੀ ਜਾਂਦੇ? ਉਹ ਤਾਂ ਫਿਰ ਜਦੋਂ ਕਰਦੇ ਆ, ਹੁਣ ਅਸੀਂ ਤਾਂ 25 ਸਾਲ ਦੇ ਇਹਨਾਂ ਦੇ ਨਾਲ ਜਾਂਦੇ ਆ, ਸਾਨੂੰ ਤਾਂ ਪਤਾ ਇਹਨਾਂ ਬਾਰੇ। ਅਸੀਂ ਤਾਂ ਫਿਰ ਜੇ ਸਾਡੇ ਸਾਹਮਣੇ ਕੋਈ ਗੱਲ ਕਰਦਾ ਜਾਂ ਇਹਨਾਂ ਬਾਰੇ ਕੋਈ ਗਲਤ ਵੀ ਬੋਲਦਾ ਤਾਂ ਅਸੀਂ ਉਹਦੇ ਨਾਲ ਪੂਰੀ ਜਨ ਦੀ ਇੱਜ਼ਤ। ਠੀਕ ਹੈ, ਮੇਰੇ ਨਾਲ ਜਿਹੜਾ ਹੈਗਾ ਧਨੇਰ ਸਾਹਿਬ ਦੀ ਜਿਹੜੀ ਪੋਤੀ ਹੈ, ਫਿਰ ਦਾਦੂ ਫਿਰ ਕੁਝ ਖਾਣ ਖੂਣ ਲਿਆਉਂਦੇ ਹੁੰਦੇ ਜਦੋਂ ਘਰੇ ਆਉਂਦੇ ਆ? ਹਾਂਜੀ। ਅੱਛਾ, ਕੀ ਕਹਿੰਦੇ ਹੁੰਦੇ ਵੀ ਕੀ ਬਣੇਗੀ ਵੱਡੀ ਹੋ ਕੇ? ਡਾਕਟਰ। ਡਾਕਟਰ ਬਣੇਗੀ? ਕਿੱਥੇ? ਅਮਰੀਕਾ। ਅੱਛਾ, ਇੰਨੀ ਦੂਰ। ਤੇ ਫਿਰ ਜਿਹੜਾ ਹੈਗਾ ਦਾਦੂ ਕੀ ਸੁਣਾਉਂਦਾ? ਕੋਈ ਬਾਤਾਂ ਬੂਤਾਂ ਸੁਣਾਉਂਦੇ ਹੁੰਦੇ ਆ? ਹਾਂਜੀ। ਕੀ ਕਾਹਦੀਆਂ ਸੁਣਾਉਂਦੇ ਹੁੰਦੇ ਆ? ਹਾਂ। ਤੇ ਜੇ ਜਾਂ ਆਪਦੀਆਂ ਸੁਣਾਈ ਜਾਂਦੇ ਰਹਿੰਦੇ ਆ ਵੀ ਅਸੀਂ ਜੇਲ੍ਹ 'ਚ ਸੀਗੇ ਭਾਈ, ਐਂ ਕਰਦੇ ਸੀਗੇ? ਕਿਹੜਾ ਗਾਣਾ ਸਿਖਾਇਆ ਸੀ? ਗਾਣਾ ਆਉਂਦਾ? ਸੁਣਾ ਦੇ ਫਿਰ। ਦੇਸ਼ ਹੈ ਪਿਆਰਾ ਸਾਨੂੰ, ਜ਼ਿੰਦਗੀ ਪਿਆਰੀ ਨਾਲ, ਦੇਸ਼ ਤੋਂ ਪਿਆਰੇ ਦੇ ਲੋਕ ਕਹਾਣੀਆਂ, ਅਸਾਂ ਤੋੜ ਦੇਣੀ ਲਹੂ ਪੀਣੀ ਜੋ ਕਹਾਣੀਆਂ, ਸਾਦੀ ਪਹਿਲੀਆਂ ਦਾ ਨੂਨ ਚੜੂ, ਦੇਖ ਕੇ ਸਰੂ ਤੋੜ ਦੇਵਾਂਗੇ ਕਰੂਰ, ਤੇਰਾ ਜ਼ੋਰ ਵੇਲੜਾ ਤੋੜ ਦੇਵਾਂਗੇ ਗਰੂਰ, ਤੇਰਾ ਜ਼ੋਰ ਵੇਲੜਾ, ਹੁਣ ਚੱਲਣਾ ਨਹੀਂ ਤੇਰਾ ਕੋਈ ਜ਼ੋਰ ਵੇਲੜਾ, ਹੁਣ ਚੱਲਣਾ ਨਹੀਂ, ਜਦੋਂ ਗੱਜਣਗੇ ਸ਼ੇਰ ਉਦੋਂ ਭੱਜਣਗੇ ਕਾਇਲ, ਸਭੀ ਰੱਜਣਗੇ ਕਿਰਤੀ ਕਿਸਾਨ ਮੁੜ ਕੇ, ਹੁਣ ਹੱਲਾ ਮਾਰੋ ਕਿਰਤੀ ਕਿਸਾਨ ਜੜ ਕੇ, ਹੁਣ ਹੱਲਾ ਮਾਰੋ ਕਿਰਤੀ ਕਿਸਾਨ ਜੁੜ ਕੇ। ਫਿਰ ਦਾਦੂ ਕਹਿੰਦੇ ਹੁੰਦੇ ਵੀ ਭਾਈ ਦਿੱਲੀ ਆਈ ਕੁੜਗੇ ਤੂੰ? ਹਾਂਜੀ। ਤੇ ਘਰੇ ਘੱਟ ਆਉਂਦੇ, ਮਿਲ ਨਹੀਂ ਆਏ ਜਾਂਦੇ ਹੋ? ਤੋ ਜਿਹੜਾ ਹੈਗਾ ਤੁਸੀਂ ਆਪਦੇ ਬੱਚੇ ਜਿਹੜੇ ਹੈਗਾ ਪੋਤਿਆਂ ਨੂੰ ਵੀ ਇਹ ਜਿਹੜਾ ਗੀਤ ਵਗੈਰਾ ਨਾਲ ਪ੍ਰੇਰਿਤ ਕਰਦੇ ਰਹਿੰਦੇ ਹੋ, ਕਿ ਜਿਹੜਾ ਫਿਰ ਜਿੰਨਾ ਆਪਾਂ ਲੋਕਾਂ ਨੂੰ ਕਹਿੰਦੇ ਆ, ਸਭ ਤੋਂ ਪਹਿਲਾਂ ਕਿਸਾਨ ਆਗੂ ਬਣਨ ਵਾਸਤੇ ਕੀ ਬਣਨਾ ਚਾਹੀਦਾ? ਕਿਉਂਕਿ ਰਾਜਨੀਤਿਕ ਆਗੂ ਬਣਨ ਵਾਸਤੇ ਤਾਂ ਬਸ ਇੱਕ ਤਾਂ ਛਾਲ ਮਾਰੋ, ਦੂਜੀ ਪਾਰਟੀ ਦੇ ਵਿੱਚ 2-4 ਭਾਸ਼ਣ ਦੇ ਲਓ, ਤੇ ਕਿਸਾਨ ਆਗੂ ਬਣਨ ਵਾਸਤੇ ਕੀ ਚੀਜ਼ਾਂ ਚਾਹੀਦੀਆਂ ਜ਼ਿੰਦਗੀ? ਦੇਖੋ, ਮੈਨੂੰ ਵੀ ਨਾ ਮੇਰੇ ਬਾਬੇ ਨੇ ਬਾਤਾਂ ਸੁਣਾ ਕੇ ਅਸਲ 'ਚ ਇੱਧਰ ਤੋਰਿਆ ਸੀ। ਮੈਂ 3-4 ਜਮਾਤ ਦੇ ਵਿੱਚ ਧਾਰਮਿਕ ਸਟੇਜ ਤੇ ਖੜ ਗਿਆ ਸੀ। ਮੈਂ ਇਕੱਲਾ ਨਹੀਂ, ਮੇਰਾ ਜਾਣੀ ਦੋਨੇ ਭਰਾ ਦੂਜੇ ਉਹ ਵੀ ਮਤਲਬ ਵਧੀਆ ਸੱਭਿਆਚਾਰ ਗਾਉਣ ਲੱਗਦਾ। ਸ਼੍ਰੋਮਣੀ ਕਵੀਸ਼ਰ ਸੀ, ਧਾਰਮਿਕ ਤੌਰ 'ਤੇ ਵੀ ਗਾਉਂਦਾ ਸੀ, ਕਵੀਸ਼ਰੀ ਜਥਾ ਸੀ ਉਹਦਾ ਜਗਜੀਤ ਦਾ, ਤੇ ਦੂਜਾ ਰਣਜੀਤ ਸੀ, ਉਹ ਮੇਰੇ ਨਾਲ ਗਾਉਣ ਲੱਗ ਜਾਂਦਾ ਹੁੰਦਾ ਸੀ। ਅਸੀਂ ਇਨਕਲਾਬੀ ਗੀਤ ਵੀ ਗਾਏ ਨੇ, ਗੁਰੂ ਗੋਬਿੰਦ ਸਿੰਘ ਦੇ ਵੀ ਗਾਏ ਨੇ ਸਾਰੇ। ਉਹ ਪ੍ਰੇਰਨਾ ਜਿਹੜੀ ਮੈਨੂੰ ਮਿਲੀ ਸੀ, ਮੈਨੂੰ ਐਂ ਲੱਗਦਾ ਵੀ ਮੇਰਾ ਪਰਿਵਾਰ ਅਸਲ 'ਚ ਉਸ ਰਾਹ 'ਤੇ ਹੀ ਹੈ। ਜੇ ਅੱਜ ਬੱਚਿਆਂ ਨੂੰ ਆਪਾਂ ਹੁਣ ਸ਼ੁਰੂ 'ਚ ਸਿਖਾ ਲਾਂਗੇ ਤਾਂ ਇਹਨਾਂ ਦਾ ਮਾਈਂਡ ਬਦਲ ਜਾਂਦਾ ਵੀ ਅਸੀਂ ਕਹੇ ਜੀ ਜ਼ਿੰਦਗੀ ਜਿਉਣੀ ਹੈ। ਨਹੀਂ ਤਾਂ ਫਿਰ ਉਹ ਜਿਹੜੇ ਐਵੇਂ ਮਤਲਬ ਅੰਬਰਾਂ ਦੇ ਡਾਰੀਆਂ ਮਾਰਨ ਵਾਲੀ ਹੁੰਦੀ ਆ। ਸਾਡਾ ਇਹ ਹੁੰਦਾ ਚਟਨੀ ਮਿਲ ਗਈ ਤਾਂ ਚਟਨੀ ਨਾਲ ਵੀ ਖਾਣੀਆਂ ਚਾਹੀਦੀਆਂ, ਜਿੱਦਣ ਮੱਖਣੀ ਮਿਲ ਗਈ ਤਾਂ ਮੱਖਣੀ ਨਾਲ ਵੀ ਖਾਣੀਆਂ ਚਾਹੀਦੀਆਂ। ਉਹ ਪਹਿਲਾਂ ਤੋਂ ਹੀ ਬੱਚਿਆਂ ਦਾ ਦਿਮਾਗ ਜੇ ਆਪਾਂ ਉਧਰ ਨੂੰ ਬਣਾਈ, ਉਹੋ ਜਿਹਾ ਹੀ ਕਲਚਰ ਬਣ ਜਾਂਦਾ। ਮਤਲਬ ਕਿ ਵੀ ਜਿਹੜਾ ਹੈਗਾ ਪਰਿਵਾਰ ਨੂੰ ਪਹਿਲਾਂ ਹੀ ਤਿਆਰ ਕੀਤਾ ਹੋਵੇ ਤਾਂ ਫਿਰ ਸੌਖਾ ਰਹਿੰਦਾ। ਪਰਿਵਾਰ ਦਾ ਕਿਹੋ ਜਿਹਾ ਸਾਥ
ਸਾਥ ਰਿਹਾ ਤੁਹਾਨੂੰ ਸਾਰਾ ਜਿੰਨਾ ਹੁਣ ਤੱਕ ਘੋਲ ਰਿਹਾ ਤੁਹਾਡੀ ਮਿਸੇਜ ਦਾ, ਤੁਹਾਡੇ ਚਲੋ ਪਹਿਲਾਂ ਫਾਦਰ ਮਦਰ ਹੋਣਗੇ, ਹੁਣ ਚਲੋ ਨੂੰਹ ਆ ਗਈਆਂ, ਬੱਚੇ ਆ ਗਏਗਾ, ਕਿਵੇਂ ਰਿਹਾ ਸਰ? ਮੇਰੇ ਇਸ ਨਿੱਜੀ ਪਰਿਵਾਰ ਚੋਂ ਨਹੀਂ, ਅਸਲ 'ਚ ਸਾਡਾ ਜਿਹੜਾ ਵੱਡਾ ਪਰਿਵਾਰ ਸੀ ਨਾ, ਮੈਂ ਦੇਖਿਆ ਸੀ ਜਦੋਂ ਇੱਕ ਵਾਰੀ ਨਕਸਲਵਾੜੀ ਮੂਵਮੈਂਟ ਚੱਲੀ ਸੀ ਨਾ, ਉਹਦੇ ਜਿਹੜੇ ਭਗੌੜੇ ਨੌਜਵਾਨ ਹੁੰਦੇ ਸੀ ਉਹਨਾਂ ਨੂੰ ਮੇਰਾ ਬਾਪੂ ਚਾਹ ਪਿਆਉਂਦਾ ਦੇਖਿਆ ਮੈਂ। ਉਦੋਂ ਅਸੀਂ ਛੋਟੇ ਹੁੰਦੇ ਸੀ, ਮੈਨੂੰ ਜਿਹੜੀ ਦਿਸਦਾ ਉਹ ਵੀ ਖੇਤਾਂ 'ਚ ਜਾ ਕੇ ਉਹਨਾਂ ਰਾਤਾਂ ਨੂੰ ਚਾਹ ਪਿਆਉਂਦੇ ਹੁੰਦੇ ਸੀ। ਜਾਂ ਫਿਰ ਜਿਹੜੀ ਖਰੀ ਕਮਿਊਨਿਸਟ ਲਹਿਰ ਜਿਹੜੀ ਮਤਲਬ ਪੈਪਸੂ ਮੁਜ਼ਾਹਰਾ ਲਹਿਰ ਚੱਲੀ, ਉਹਨਾਂ ਦੇ ਵਿੱਚੋਂ ਵਾਹਵਾ ਸਰਗਰਮ ਰਹੇ ਨੇ। ਦਾਦੂ ਸੀਗਾ ਮੇਰਾ ਜਿਹੜਾ, ਉਹ 8 ਜਮਾਤਾਂ ਪੜ੍ਹਿਆ ਹੋਇਆ ਸੀ ਉਦੋਂ, ਉਹਨੂੰ ਪਟਵਾਰੀ ਦੀ ਨੌਕਰੀ ਮਿਲਦੀ ਸੀ ਪਰ ਉਹਨੇ ਲਈ ਨਹੀਂ ਸੀ। ਉਹ ਜਿਹੜੀ ਮਤਲਬ ਅਸਲੀ ਅਕਾਲੀ ਲਹਿਰ ਚੱਲੀ ਸੀ, ਖਾਸ ਕਰਕੇ ਜੈਤੋ ਦਾ ਮੋਰਚਾ, ਉਹਦੀਆਂ ਸਟੋਰੀਆਂ ਸੁਣਾਉਂਦੇ ਹੁੰਦੇ ਸੀ, ਉਹਦੇ 'ਚੋਂ ਆਪ ਸ਼ਾਮਲ ਹੁੰਦੇ ਰਹੇ ਨੇ। ਅਤੇ ਉਹਦੇ 'ਚੋਂ ਹੀ ਮਤਲਬ ਗੁੜਤੀ ਲੈ ਕੇ ਜਿਹੜਾ ਪਰਿਵਾਰ ਆ ਮੇਰਾ, ਸਾਰਾ ਪਰਿਵਾਰ ਹੀ, ਦੋਨੇ ਭਰਾਵਾਂ ਦਾ ਵੀ ਅਤੇ ਮੇਰਾ ਪਰਿਵਾਰ ਵੀ ਇੱਧਰ ਲੰਮੇ ਚਿਰ ਤੋਂ ਤੁਰੇ। ਜਾਣੀ ਜਦ ਸਾਡੀ ਯੂਨਿਟੀ ਪਰਿਵਾਰ ਸੀ ਉਦੋਂ ਦੀ ਅਸੀਂ ਇੱਧਰ ਤੁਰੇ ਹੋਏ ਅਤੇ ਉਹਦਾ ਪ੍ਰਭਾਵ ਹੁਣ ਤੱਕ ਸਾਰਿਆਂ 'ਤੇ। ਬਲਕਿ ਜਿਹੜੇ ਜੁਆਇੰਟ ਫੈਮਿਲੀ ਵੇਲੇ ਦਾ ਤੁਸੀਂ ਇੱਧਰ ਤੁਰੇ ਹੋ। ਅਤੇ ਇੱਕ ਜਿਹੜਾ ਹੈਗਾ ਹੁਣ ਤੁਸੀਂ ਗੱਲ ਕੀਤੀ, ਤੁਹਾਡਾ ਜਿਹੜਾ ਪਰਿਵਾਰ ਆ ਲਗਭਗ ਆਪਾਂ ਸ਼੍ਰੋਮਣੀ ਕਮਿਸ਼ਨਰ ਵੀ ਰਹੇ ਉਹਦੇ 'ਚੋਂ, ਉਦੋਂ ਪਹਿਲਾਂ ਜੈਤੋ ਦੇ ਮੋਰਚੇ ਰਹੇ। ਅਤੇ ਜਿਹੜਾ ਇੱਕ ਮਸਲਾ ਉੱਠਦਾ ਹੁੰਦਾ ਕਾਮਰੇਡ ਅਤੇ ਸਿੱਖ ਦਾ, ਅਤੇ ਮੈਂ ਬਹੁਤ ਪਰਿਵਾਰਾਂ ਨੂੰ ਜਾਣਦਾ ਜਿਹਦਾ ਜਿਹੜਾ ਹੈਗਾ ਪਿਓ ਸਿੱਖ ਆ, ਮੁੰਡਾ ਕਾਮਰੇਡ ਹੈ, ਜਾਂ ਮੁੰਡਾ ਸਿੱਖ ਆ, ਪਿਓ ਕਾਮਰੇਡ ਹੈ। ਇਹ ਵਿਚਾਰਧਾਰਕ ਆ, ਕੀ ਹੁੰਦਾ ਇਹ ਚੀਜ਼ ਨੂੰ ਕਿਵੇਂ ਕਿਸ ਤਰ੍ਹਾਂ ਦੇਖਦੇ ਹੋ ਕਿ ਉਹ ਇੱਕ ਧਰਮ ਹੈ, ਇੱਕ ਇਹ ਵਿਚਾਰ ਹੈ, ਜਾਂ ਇਹ ਇੱਕ ਮਸਲਾ ਜਿਹੜਾ ਹੈਗਾ ਕੀਤਾ ਜਾਂਦਾ? ਕਈ ਪੱਤਰਕਾਰ ਪੁੱਛਦੇ ਆ ਵੀ ਕਿਸਾਨ ਆਗੂਆਂ ਨੂੰ ਕੌਣ ਲੈ ਕੇ ਅੱਗੇ, ਜੇ ਉੱਥੇ ਲੋਕ ਉੱਤਰ ਦੇਣ ਵੀ ਕਿਸਾਨ ਆਗੂ ਨੂੰ ਅੱਗੇ ਕਿਸਾਨਾਂ ਦੇ ਪੁੱਤ ਲੈ ਕੇ ਗਏ ਆ, ਜਾਂ ਇਹ ਜਿਹੜਾ ਹੈਗਾ ਕਾਮਰੇਡ, ਅਤੇ ਇਹਦਾ ਕੀ ਕਹਿਣਾ ਚਾਹੁੰਦੇ ਹੋ? ਅਸਲ ਦੇ ਵਿੱਚ ਜੋ ਮੈਨੂੰ ਮਤਲਬ ਜਗਦਾ ਸੱਚਾਈ ਇਹ ਆ, ਮੈਂ ਬੋਲਦਾ ਵੀ ਉਦੋਂ ਮੈਂ ਉੱਥੇ ਵੀ ਕਹਿ ਕੇ ਰੋਪੜ ਨਹੀਂ ਬੋਲਿਆ ਸੀ, ਕਾਮਰੇਡ ਵਰਸਸ ਸਿੱਖ ਕੋਈ ਰੌਲਾ ਹੀ ਹੈ ਨਹੀਂ। ਅਸਲ ਦੇ ਵਿੱਚ ਜਦੋਂ ਤੁਸੀਂ ਸਿੱਖਾਂ ਵਾਲੀ ਸਹੀ ਹਿਸਟਰੀ ਨੂੰ ਮਤਲਬ ਦੇਖਾਂਗੇ, ਹੋਣ ਵਾਲੀ ਨਹੀਂ ਮੈਂ ਕਹਿੰਦਾ, ਹੋਣ ਵਾਲੇ 'ਚੋਂ ਤਾਂ ਬਹੁਤ ਕੁਛ ਮਤਲਬ ਗਲਤ ਹੈ, ਠੀਕ ਹੈ ਕੁਛ ਨਾ ਕੁਛ ਮਤਲਬ ਠੀਕ ਵੀ ਹੈਗੇ ਆ। ਮੈਂ ਸਾਰਿਆਂ ਨੂੰ ਮਤਲਬ ਇੱਕ ਰੱਸੇ ਬੰਨ੍ਹਦੇ ਉਹ ਨਹੀਂ ਹੈਗਾ। ਜ਼ਮੀਰ ਵਾਲੇ ਬੰਦੇ ਹਰੇਕ ਧਰਮ ਦੇ ਵਿੱਚ ਵੀ ਆ, ਹਰੇਕ ਪਾਰਟੀ ਦੇ ਵਿੱਚ ਵੀ ਹੁੰਦੇ ਆ। ਜਿਵੇਂ ਤੁਸੀਂ 10 ਗੁਰੂਆਂ ਦਾ ਰਾਹ ਦੇਖੋਗੇ, ਉਹ ਆਪਾ ਵਾਰਨ ਵਾਲਾ, ਉਹ ਮੈਨੂੰ ਲੱਗਦਾ ਘਰ ਨੂੰ ਨਹੀਂ ਕੁਛ ਲੈ ਕੇ ਗਏ। ਉਸ ਤੋਂ ਗਾਹਾਂ ਸਾਨੂੰ ਜ਼ਮੀਨਾਂ ਦੇ ਮਾਲਕ ਬਣਾਉਂਦਾ ਬੰਦਾ ਸਿੰਘ ਬਹਾਦਰ, ਜਦੋਂ ਸਰਹੰਦ ਦੀ ਇੱਟ ਖੜਕਾ ਕੇ ਸਰਹੰਦ ਨੂੰ ਫਤਿਹ ਕਰਨ ਤੋਂ ਬਾਅਦ ਜ਼ਮੀਨਾਂ ਵੰਡ ਕੇ ਦਿੰਦਾ, ਉਹ ਅਸਲੀ ਮੈਂ ਉਹਨਾਂ ਨੂੰ ਸਿੱਖ ਮੰਨਦਾ। ਜਾਨੀ 10 ਗੁਰੂਆਂ ਦਾ ਇਤਿਹਾਸ ਹੈਗਾ, ਬੰਦਾ ਬਹਾਦਰ ਦਾ ਆ ਗਿਆ, ਹੋਰ ਹੋ ਸਕਦਾ ਮੈਂ ਨਾ ਜਾਣਦਾ ਹੋਵਾਂ, ਜਾਨੀ ਐ ਨਹੀਂ ਵੀ ਉਦੋਂ ਬਾਅਦ ਖਰੇ ਸਿੱਖ ਮੁੱਕ ਗਏ ਸੀ। ਇੱਦਾਂ ਹੀ ਜਦੋਂ ਕਮਿਊਨਿਸਟ ਲਹਿਰ ਦੇਖਦੇ ਆ, ਉਹ ਜਿਹੜੇ ਦੇਖਦੇ ਆ, ਜਿਵੇਂ ਮੰਨ ਲਓ ਪੈਪਸੂ ਦੀ ਮੁਜ਼ਾਹਰਾ ਲਹਿਰ ਆ, ਪੈਪਸੂ ਦੇ ਵਿੱਚ ਜ਼ਮੀਨਾਂ ਇਹਨਾਂ ਨੇ ਵੰਡੀਆਂ ਜਿਹੜੇ ਖਰੇ ਕਮਿਊਨਿਸਟ ਸੀਗੇ। ਇਸ ਕਰਕੇ ਮੈਨੂੰ ਤਾਂ ਐਂ ਲੱਗਦਾ, ਮੇਰੇ ਦਿਮਾਗ ਤਾਂ ਵੀ ਦੋਨੇ ਇੱਕੋ ਜਿਹੇ ਨੇ। ਅਸਲ ਜਿਹੜੇ ਨੇ ਜਾਣ ਕੇ ਜਾਬਾਂ ਦਾ ਭੇਟ ਕਰਨਾ ਹੁੰਦਾ, ਜਾਂ ਮਤਲਬ ਆਪ ਉਸ ਰਾਹ 'ਤੇ ਹੈ ਹੀ ਨਹੀਂ। ਅਸਲ ਜੋ ਉਹ ਲੋਕ ਹੀ ਕਰ ਸਕਦੇ ਆ, ਉਹ ਮੈਨੂੰ ਲੱਗਦਾ ਆਪਾ ਵਾਰਨ ਵਾਲੀ ਗੱਲ ਤੋਂ ਮੈਨੂੰ ਦੋਨੇ ਬਰਾਬਰ ਲੱਗਦੇ ਨੇ ਵੀ ਲੋਕਾਂ ਵਾਸਤੇ ਉਹਨਾਂ ਨੇ ਘਰ ਬਾਰੇ ਆ, ਜਿਨ੍ਹਾਂ ਨੇ ਪਰਿਵਾਰ ਬਾਰੇ ਆ, ਅਤੇ ਜਾਂ ਜਿਹੜੇ ਹੁਣ ਵੀ ਮਤਲਬ ਲੋਕਾਂ ਨੂੰ ਦਸੀ ਰਹੇ ਨੇ। ਇੱਕ ਜਿਹੜਾ ਹੈਗਾ ਅੱਜ ਦਾ ਦਿਨ ਹੈ 1984 ਤੇ ਹਰਿਮੰਦਰ ਸਾਹਿਬ ਤੇ ਅਟੈਕ ਹੁੰਦਾ, ਜਿਹੜੀ ਉਹ ਭਾਰਤ ਸਰਕਾਰ ਦੀ ਕਾਰਵਾਈ ਨੂੰ ਕਿਸ ਤਰ੍ਹਾਂ ਦੇਖਦੇ ਹੋ? ਜਿਹੜੀ ਬਹੁਤ ਉਹ ਮਤਲਬ ਜੇ ਕਰੀਏ ਇੱਕ ਧਰਮ 'ਤੇ ਬਹੁਤ ਵੱਡਾ ਅਟੈਕ ਸੀਗਾ, ਜਿਹੜਾ ਮਤਲਬ ਬਹੁਤ ਆਤਰਾ ਨਿੰਦਣਯੋਗ ਆ। ਉਹ ਨਹੀਂ ਸੀ ਕਰਨਾ ਚਾਹੀਦਾ। ਉਹਦਾ ਹੱਲ ਹੋਰ ਤਰੀਕੇ ਨਾਲ ਵੀ ਲੱਭਿਆ ਜਾ ਸਕਦਾ ਜੀ। ਜਾਣ ਬੁੱਝ ਕੇ ਜਿਹੜੀ ਸਰਕਾਰ ਨੇ ਉਦੋਂ ਜਿਹੜੀ ਫੌਜੀ ਹੱਲਾ ਕਰਾਇਆ ਸੀ, ਬਹੁਤ ਅਸੀਂ ਦਿਲੋਂ ਨਿਖੇਧੀ ਕਰਦੇ ਹਾਂ ਉਹਦੀ। ਇੱਕ ਜਿਹੜੇ ਹੈਗਾ ਤੁਹਾਡੇ ਨਾਲ ਜਿਹੜਾ ਹੈਗਾ ਇੱਧਰਲੇ ਪਾਸੇ ਮਨਜੀਤ ਸਿੰਘ ਧਨੇਰ ਦੇ ਜਿਹੜੀ ਭਰਜਾਈ ਵੀ ਆਏ ਨਾ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਜਦੋਂ ਮੰਨ ਲਓ ਧਨੇਰ ਸਾਹਿਬ ਜੇਲ੍ਹ 'ਚ ਸੀਗੇ, ਫਿਰ ਘਰੇ ਲੱਗਦਾ ਸੀਗਾ ਵੀ ਛੁੱਟ ਕੇ ਆ ਜਾਣਗੇ, ਤੇ ਲੱਗਦਾ ਸੀਗਾ ਵੀ ਔਖਾ ਕੰਮ ਹੈ? ਨਹੀਂ, ਸਾਨੂੰ ਕੋਈ ਔਖਾ, ਸਾਨੂੰ ਸੀਗਾ ਵੀ ਸੁੱਟ ਕੇ ਆ ਜਾਣਗੇ, ਸਾਡੇ ਪਿੱਛੇ ਲੋਕ ਬਹੁਤ ਸੀਗੇ, ਲੋਕ ਬਹੁਤ। ਹਾਂਜੀ। ਤੇ ਫਿਰ ਉਦੋਂ ਜਿਹੜਾ ਹੈਗਾ ਬੁੜੀਆਂ, ਜਿਵੇਂ ਆਪਾਂ ਗੱਲ ਕਰ ਗਏ ਹੈ ਨਾ ਬੀਬੀਆਂ ਦੀ, ਉਹ ਤਾਂ ਫਿਰ ਘਰੇ ਇੱਕ ਵਾਰ ਸੱਥਰੀ ਵਿਛਾ ਲੈਂਦੀਆਂ ਹੁੰਦੀਆਂ, ਨਹੀਂ ਭੈਣੇ ਆਏ ਹੋ ਗਿਆ। ਨਹੀਂ, ਸਾਨੂੰ ਐਂ ਸੀਗਾ ਯਕੀਨ ਸੀ ਵੀ ਸਾਡੇ ਪਿੱਛੇ ਅੱਗੇ ਵੀ ਬਹੁਤ ਲੋਕ ਖੜੇ ਸੀਗੇ, ਤੇ ਹੁਣ ਪਿੱਛੇ ਵੀ ਖੜੇ, ਹਮੇਸ਼ਾ ਹੀ ਸਾਡੇ ਪਿੱਛੇ ਹੈਗੇ। ਤੇ ਹਾਂਜੀ, ਇਹ ਜਿਹੜਾ ਆਪਾਂ ਦੇਖਿਆ ਜਾਵੇ ਤੁਹਾਡੇ ਪਰਿਵਾਰ ਤੇ ਆਉਂਦੇ ਹੋਣਗੇ ਪੱਤਰਕਾਰ ਵੀ ਬਹੁਤ ਘਰੇ ਆਉਂਦੇ ਆ, ਅਕਸਰ ਹੀ ਕੀ ਦੇਖਣ ਆਉਂਦੇ ਆ, ਕੀ ਸਵਾਲ ਪੁੱਛਦੇ ਹੁੰਦੇ? ਉਹ ਆਹੀ ਸਵਾਲ ਪੁੱਛਦੇ ਸੀ ਵੀਰ ਜੀ, ਜਿੰਦੀ ਮੇਰਾ ਥੋੜਾ ਜਿਹਾ ਘਰ ਇਹਨਾਂ ਤੋਂ ਫਿਰ ਜਦ ਅੱਗੇ ਹੋ ਗਿਆ ਸੀਗਾ, ਫਰਕ ਤੇ ਪੈ ਗਿਆ ਸੀ, ਉਦੋਂ ਮੈਥੋਂ ਸੀ ਆ ਜਾਂਦਾ, ਤੇ ਫਿਰ ਬੱਚੇ ਆ ਜਾਂਦੇ ਸੀ। ਬੇਸਿਕਲੀ ਪੱਤਰਕਾਰ ਦੇਖਣ ਆਉਂਦੇ ਸੀ ਕਿ ਜੋ ਤੁਸੀਂ ਗੱਲ ਕੀਤੀ ਸਟਾਰਟਿੰਗ ਦੇ ਵਿੱਚ ਮੀਡੀਆ ਦੇ ਵਿੱਚ ਕਿ ਮਨਜੀਤ ਧਨੇਰ ਦੇ ਪਲਾਟ ਬਕਾਊ ਆ, ਕੋਠੀ ਬਕਾਊ ਹੈ ਨਾ, ਉਹ ਕੋਠੀ ਤੇ ਪਲਾਟ ਦੇਖਣ ਆਉਂਦੇ ਸੀ ਕਿ ਇਸ ਅੰਦੋਲਨ ਦੇ ਵਿੱਚੋਂ ਕਿੰਨੇ ਕੁ ਪਲਾਟ ਬਣਾ ਲਏ ਉਹਨਾਂ ਨੇ, ਜਾਂ ਕਿੰਨੀ ਕੁ ਕੋਠੀ ਜਿਹੜੀ ਹੈ ਵਧੀਆ ਬਣਾ ਲਈ। ਪਰ ਇੱਕ ਗੱਲ ਸਾਨੂੰ ਆ ਸਮਝ ਆ ਗਈ ਕਿ ਬਾਬਾ ਨਾਜ਼ਮੀ ਦੀ ਇੱਕ ਗੱਲ ਯਾਦ ਆਉਂਦੀ ਹੈ, ਹੱਕ ਜਦੋਂ ਮੈਂ ਜੀਣ ਦੇ ਮੰਗਾ, ਪੱਥਰ ਮਾਰੇ ਜਾਂਦੇ ਨੇ, ਮਰ ਜਾਵਾਂ ਤਾਂ ਮੇਰੇ ਉੱਤੇ ਫੁੱਲ
ਖੰਡਾਰੇ ਜਾਂਦੇ ਨੇ। ਮਤਲਬ ਅੱਜ ਦੀ ਰਾਜਨੀਤਿਕ ਪਾਰਟੀਆਂ ਦੀ ਗੱਲ ਬਿਲਕੁਲ ਸਹੀ ਆ। ਮੈਂ ਜਦੋਂ ਤਾਂ ਉਹ ਕਿਸੇ ਅੰਦੋਲਨ, ਚਾਹੇ ਪਤਾ ਹੈ ਕਿ ਲੋਕਾਂ ਦੇ ਭਲੇ ਦੇ ਲਈ ਆ, ਇੱਕ ਕਿਸਾਨੀ ਅੰਦੋਲਨ ਤੋਂ ਸ਼ੁਰੂ ਹੋ ਕੇ ਇਹ ਅੰਦੋਲਨ ਇੱਕ ਲੋਕ ਅੰਦੋਲਨ ਬਣ ਗਿਆ। ਮਤਲਬ ਪਹਿਲਾਂ ਤਾਂ ਉਹਨਾਂ ਨੇ ਇਹਨਾਂ ਨੂੰ ਸੀਰੀਅਸ ਲਿੱਤਾ ਨਹੀਂ ਹੈਗਾ। ਹੁਣ ਵੀ ਜਿਵੇਂ ਵੀ ਆਪਾਂ ਦੇਖਦੇ ਹਾਂ, ਪਰਸੋਂ ਇੰਨਾ ਤੂਫਾਨ ਆਇਆ, ਮੀਂਹ ਹਨੇਰੀ ਆਈ, ਜਿਹੜੀ ਛੱਪਰਾਂ ਇਹਨਾਂ ਨੇ ਪਾਈਆਂ, ਕੁੱਲੀਆਂ ਬਣਾਈਆਂ, ਉਹ ਪੂਰੀਆਂ ਟੁੱਟ ਕੇ ਤਬਾਹ ਹੋ ਗਈਆਂ। ਮਤਲਬ ਜਿੱਥੇ ਉਹ ਰਹਿੰਦੇ ਸੀ, ਰਹਿਣ ਬਸੇਰਾ ਸੀ, ਉਹ ਵੀ ਨਹੀਂ ਰਹੇ ਉਹਨਾਂ ਦੇ। ਮਤਲਬ ਉਹਨਾਂ ਚੀਜ਼ਾਂ ਦੀ ਸਰਕਾਰ ਫਿਕਰ ਨਹੀਂ ਕਰਦੀ ਹੈਗੀ। ਉਹਨਾਂ ਨੂੰ ਬੇਫਜ਼ੂਲ ਗੱਲਾਂ ਦੀ ਫਿਕਰ ਹੈ। ਉਹਨਾਂ ਨੂੰ ਫਿਕਰ ਹੁੰਦੀ ਹੈ ਕਿ ਜਿਹੜੇ ਅਸੀਂ ਹੌਸਪੀਟਲ ਬਣਾਤੇ, ਚਾਹੇ ਉਹ ਬਣੇ ਨਹੀਂ ਹੈਗੇ, ਜਾ ਕੇ ਉਦਘਾਟਨ ਕਰ ਦਈਏ, ਜਾਂ ਕੋਈ ਹੋਰ ਚੀਜ਼ ਹੈ ਉੱਥੇ ਉਦਘਾਟਨ ਕਰ ਦਈਏ, ਉੱਥੇ ਕੋਈ ਕਰੋਨਾ ਨਹੀਂ ਹੁੰਦਾ, ਉੱਥੋਂ ਕਰੋਨਾ ਭੱਜ ਜਾਂਦਾ। ਉਹ ਲੋਕਾਂ ਨੂੰ, ਜੇ ਕੋਈ ਸਾਡਾ ਸਾਥੀ ਕੋਈ ਸ਼ਹੀਦ ਹੋ ਜਾਂਦਾ ਤਾਂ ਚਾਹੇ ਕੋਈ ਕਿਸਾਨੀ ਲੀਡਰ ਦਾ ਪਹਿਲਾਂ ਬਿਆਨ ਆਵੇ ਨਾ ਆਵੇ, ਉਹ ਪਹਿਲਾਂ ਉੱਥੇ ਜਾ ਕੇ ਆਪਣੇ ਬਿਆਨ ਦੇਣ ਲੱਗ ਜਾਂਦੇ ਆ ਕਿ ਸਾਨੂੰ ਬੜਾ ਦੁੱਖ ਹੈ ਇਸ ਗੱਲ ਦਾ। ਉਹ ਦੁੱਖ ਹੁੰਦਾ ਹੈ ਕਿ ਨਹੀਂ ਹੁੰਦਾ, ਉਹ ਆਪਾਂ ਨੂੰ ਕਲੀਅਰ ਹੋ ਹੀ ਚੁੱਕਾ ਹੈ ਕਿ ਪਹਿਲਾਂ ਤਾਂ ਕਿਸੇ ਦੀ ਬਾਤ ਨਹੀਂ ਪੁੱਛਦੇ, ਬਾਅਦ 'ਚ ਆ ਕੇ ਮਗਰਮੱਛ ਦੇ ਹੰਝੂ ਜਿਹੜੇ ਆ ਉਹ ਵਹਾਣ ਆ ਜਾਂਦੇ ਆ ਤੇ ਪਤਾ ਲੈਣ ਲੱਗਦੇ ਆ ਕਿ ਇਸ ਬੰਦੇ ਨੂੰ ਕਿੰਨੇ ਕੁ ਪੈਸੇ ਮਿਲ ਗਏ, ਯਾਨੀ ਕੀ ਕੁਛ ਇਸ ਅੰਦੋਲਨ 'ਚ ਬਣਾ ਲਿਆ। ਤੇ ਇੱਕ ਤੁਸੀਂ ਇੱਕ ਪਰਿਵਾਰਕ ਮੈਂਬਰ ਹੋ, ਜਿਹੜਾ ਹੈਗਾ ਨੂੰਹ ਤੇ ਸਹੁਰੇ ਦਾ ਰਿਸ਼ਤਾ ਕਿਸ ਤਰ੍ਹਾਂ, ਮਤਲਬ ਧੀਆਂ ਵਾਂਗੂ ਰੱਖਦੇ ਆ ਜਾਂ ਤੁਹਾਨੂੰ ਪ੍ਰੇਰਿਤ ਕਰਦੇ ਕਿਵੇਂ? ਜਾਂ ਕਿਉਂਕਿ ਤੁਸੀਂ ਇੱਕ ਢਾਲ ਹੋ, ਜੇ ਆਪਾਂ ਕਿ ਘਰੇ ਲੜਾਈ ਆ ਤਾਂ ਫਿਰ ਔਖਾ ਹੋ ਜਾਂਦਾ, ਜੇ ਘਰੇ ਸਹਿਯੋਗ ਆ ਤਾਂ ਅੱਗੇ ਬੰਦਾ ਵੱਧਦਾ। ਹਾਂਜੀ, ਸਾਡਾ ਰਿਸ਼ਤਾ ਤਾਂ ਨੂੰਹ ਤੇ ਸਹੁਰੇ ਦਾ, ਪਾਪਾ ਦੀਆਂ ਮਤਲਬ ਮੇਰੀਆਂ 2 ਨਨਾਣਾਂ ਵੀ ਨੇ, ਪਰ ਜੇ ਮੈਂ ਗੱਲ ਕਰਾਂ, ਪਾਪਾ ਮੈਨੂੰ ਆਪਣੀ ਧੀਆਂ ਨਾਲੋਂ ਵੱਧ ਪਿਆਰ ਕਰਦੇ ਆ। ਪਾਪਾ ਦੇ ਹੁੰਦੇ ਮੈਨੂੰ ਆਪਣੇ ਜਿਹੜੇ ਫਾਦਰ ਨੇ, ਮੇਰੇ ਹੁਣ ਫਾਦਰ ਦੀ ਡੈਥ ਹੋ ਗਈ ਪਿਛਲੇ 1.5 ਕੁ ਸਾਲ ਹੋ ਗਿਆ, ਪਰ ਉਹਨਾਂ ਦੀ ਕਮੀ ਮਹਿਸੂਸ ਨਹੀਂ ਹੁੰਦੀ। ਉਹ ਆਪਣੀ ਧੀਆਂ ਤੋਂ ਵੱਧ ਮੈਨੂੰ ਪਿਆਰ ਕਰਦੇ ਆ। ਜਿੱਥੇ ਸਾਡੀ ਗਲਤੀ ਹੁੰਦੀ ਉਸ ਗਲਤੀ ਬਾਰੇ ਵੀ ਦੱਸਦੇ ਆ, ਜਿੱਥੇ ਅਸੀਂ ਹੋਰ ਵਧੀਆ ਕੋਈ ਕੰਮ ਕਰ ਸਕਦੇ ਹਾਂ ਉਹਦੇ ਬਾਰੇ ਵੀ ਬਹੁਤ ਪ੍ਰੇਰਿਤ ਕਰਦੇ ਹੋ ਕਿ ਅਗਰ ਤੁਸੀਂ ਇਹ ਕੰਮ ਇਸ ਢੰਗ ਨਾਲ ਕਰੋਗੇ ਤਾਂ ਬਹੁਤ ਵਧੀਆ ਹੋਏਗਾ। ਜਿਵੇਂ ਮੈਂ ਇੱਕ ਕਹਾਂ ਕਿ ਮੈਂ ਇੱਕ ਟੀਚਿੰਗ ਜੌਬ ਦੇ ਵਿੱਚ ਆ। ਇੱਕ ਸਿੱਖਿਆ ਦਾ ਖੇਤਰ ਆਪਾਂ ਨੂੰ ਪਤਾ ਹੀ ਹੈ ਕਿ ਅੱਜ ਕੱਲ੍ਹ ਕਿਹੜੀ ਮਿਆਰ ਦੇ ਉੱਤੇ ਆ। ਅੱਜ ਉਹ ਪੁਰਾਣਾ ਸਮਾਂ ਨਹੀਂ ਰਿਹਾ ਹੈਗਾ, ਉਹ ਗੁਰੂ ਤੇ ਚੇਲੇ ਵਾਲਾ, ਜੋ ਦਰੋਣਾਚਾਰਿਆ ਨੂੰ ਆਪਣੇ ਅੰਗੂਠਾ ਜਿਹੜਾ ਕਿ ਉਹ ਕੱਟ ਕੇ ਦੇਤਾ ਸੀਗਾ ਕਿ ਹਾਂ ਮੇਰੇ ਗੁਰੂ ਨੇ, ਗੁਰੂ ਦਕਸ਼ਨਾ ਦਿੱਤੀ ਸੀ। ਅੱਜ ਜਿਹੜਾ ਗੁਰੂ ਤੇ ਇੱਕ ਅਧਿਆਪਕ ਵਾਲਾ ਜਾਂ ਸਟੂਡੈਂਟ ਦਾ ਰਿਸ਼ਤਾ ਹੈ, ਉਹ ਪੂਰਾ ਇੱਕ ਵਪਾਰ ਬਣ ਕੇ ਰਹਿ ਗਿਆ। ਪਰ ਉਸ ਵਪਾਰ ਦੇ ਵਿੱਚੋਂ ਵੀ, ਸਿੱਖਿਆ ਦੇ ਵਪਾਰ ਦੇ ਵਿੱਚੋਂ ਵੀ ਆਪਾਂ ਫੇਰ ਵੀ ਆਪਣੀ ਜਨਰੇਸ਼ਨ ਨੂੰ, ਆਪਣੀ ਆਉਣ ਵਾਲੀ ਪੀੜ੍ਹੀ ਨੂੰ ਕਿਵੇਂ ਚੰਗੀਆਂ ਗੱਲਾਂ ਸਿਖਾ ਸਕਦੇ ਹਾਂ, ਕਿਵੇਂ ਇੱਕ ਵਧੀਆ ਲੀਹ 'ਤੇ ਲੈ ਕੇ ਆ ਸਕਦੇ ਹਾਂ, ਉਹਨਾਂ ਦੀ ਜ਼ਿੰਦਗੀ ਨੂੰ ਕਿਵੇਂ ਸਫਲ ਕਰ ਸਕਦੇ ਹਾਂ, ਇਸ ਚੀਜ਼ ਬਾਰੇ ਪਾਪਾ ਤੋਂ ਸਿੱਖਣ ਨੂੰ ਮੈਨੂੰ ਬਹੁਤ ਮਿਲਦਾ। ਤੇ ਇੱਕ ਜਿਹੜਾ ਹੈਗਾ ਲੋਕ ਆ, ਜਦੋਂ ਜੇ ਆਪਾਂ ਇੱਕ ਆਮ ਇਨਸਾਨ ਦੇ ਤੌਰ ਤੇ ਗੱਲ ਕਰੀਏ ਤਾਂ ਕਈਆਂ ਦੇ ਪਰਿਵਾਰ ਵਾਲੇ ਕਹਿੰਦੇ ਆ ਵੀ ਤੁਹਾਡੀ ਕਿਹੜਾ ਕੱਲਿਆਂ ਦੀ ਜਾਣੀ ਆ, ਉੱਥੇ ਸਾਰੇ ਪਿੰਡ ਦੀ ਜਾਊਗੀ, ਤੁਸੀਂ ਕਿਹੜਾ ਸਾਰੇ ਪਿੰਡ ਦਾ ਠੇਕਾ ਲਿਆ ਹੈ ਨਾ, ਚੱਕਿਆ। ਉਹ ਬੰਦਿਆਂ ਦੇ ਵਿੱਚੋਂ ਆਪਾਂ ਨੈਗੇਟਿਵਿਟੀ ਕਿਵੇਂ ਕੱਢ ਸਕਦੇ? ਉਹ ਪਰਿਵਾਰਾਂ ਨੂੰ ਕੀ ਕਹਿਣਾ ਚਾਹੋਗੇ ਜਿਨ੍ਹਾਂ ਨੇ ਹਜੇ ਤੱਕ ਨਹੀਂ ਆਏ, ਜਾਂ ਉਹਨਾਂ ਨੂੰ ਲੱਗਦਾ ਯਾਰ ਸਾਡਾ ਤਾਂ ਅਸਤਾ ਦੁੱਧ ਮੱਖਣ ਨਾਲ ਪਾਲਿਆ, ਜਾਂ ਸਾਡੇ ਮੁੰਡੇ ਤੋਂ ਔਖ ਨਹੀਂ ਦੇਖੀ ਜਾਣੀ, ਜਾਂ ਅਸੀਂ ਕਿਉਂ ਜਾਗੇ ਜਦੋਂ ਫਲਾਣਾ ਨਹੀਂ ਜਾਂਦਾ? ਇਹ ਦੇਖੋ, ਇਹ ਤਾਂ ਗੱਲਾਂ ਤੁਹਾਡੀਆਂ ਬਿਲਕੁਲ ਸਹੀ ਨੇ, ਕਿਉਂਕਿ ਜੇ ਅਸੀਂ ਕਾਫਲੇ ਲੈ ਕੇ ਦਿੱਲੀ ਵੀ ਆਉਂਦੇ ਹਾਂ, ਅਸੀਂ 4th 5ਵੀਂ ਵਾਰ ਇੱਥੇ ਆਏ ਹਾਂ। ਮੇਰੀਆਂ ਜਿੰਨੀਆਂ ਵੀ ਬੀਬੀਆਂ ਆਈਆਂ ਨੇ, ਮੇਰੀਆਂ ਭੈਣਾਂ ਆਈਆਂ ਨੇ, ਜਦੋਂ ਅਸੀਂ ਪਿੰਡ ਦੇ ਵਿੱਚ ਘਰ ਘਰ ਜਾ ਕੇ ਉਹਨਾਂ ਨੂੰ ਪ੍ਰੇਰਿਤ ਵੀ ਕਰਦੇ ਹਾਂ ਜਾਣ ਲਈ, ਤਾਂ ਜਿੰਨੇ ਸਾਨੂੰ ਚੰਗੇ ਵਿਚਾਰ ਸੁਣਨ ਨੂੰ ਮਿਲਦੇ, ਉਹਨੇ ਮਾੜੇ ਵੀ ਬਹੁਤ ਮਿਲਦੇ ਆ। ਕਈ ਤਾਂ ਕਹਿ ਦਿੰਦੇ ਕਿ ਉੱਥੇ ਬੀਬੀਆਂ ਦੇ ਜਾਣ ਦਾ ਟਾਈਮ ਹੈ ਹੀ ਨਹੀਂ। ਕੋਈ ਨੈਗੇਟਿਵਿਟੀ ਇੰਨੀ ਕੁ ਜ਼ਿਆਦਾ ਮੀਡੀਆ ਨੇ, ਗੋਦੀ ਮੀਡੀਆ ਨੇ ਫੈਲਾਤੀ। ਉਹ ਕਹਿਣਗੇ ਕਿ ਭੈਣਾਂ ਤਾਂ ਉੱਥੇ ਸੁਰੱਖਿਅਤ ਨਹੀਂ ਹੈਗੀਆਂ, ਉਹਨਾਂ ਨੂੰ ਉੱਥੇ ਕੋਈ ਪੁੱਛਦਾ ਨਹੀਂ ਹੈਗਾ। ਤਾਂ ਕੱਲ੍ਹ ਹੀ ਮੈਂ ਫੇਸਬੁੱਕ 'ਤੇ ਲਾਈਵ ਹੋ ਕੇ ਪੂਰਾ ਦਿਖਾਇਆ ਸੀ, ਜਿਹੜਾ ਡਾਕਟਰ ਸਵੇਮਾਨ ਨੇ ਪਿੰਡ ਕੈਲੀਫੋਰਨੀਆ ਬਣਾਇਆ ਹੋਇਆ, ਕਿ ਉਹਦੇ ਵਿੱਚ ਕੋਈ ਵੀ ਤਕਲੀਫ ਜਿਹੜੀ ਹੈਗੀ ਉਹ ਨਹੀਂ ਹੈਗੀ। ਅਸੀਂ ਪਹਿਲਾਂ ਆ ਕੇ ਇੱਥੇ ਹੀ, ਜਿੱਥੇ ਲੰਗਰ ਲੱਗਿਆ, ਇੱਥੇ ਹੀ ਰਹਿੰਦੇ ਸੀ। ਸਾਨੂੰ ਕਹਿ ਦਈਏ ਕਿ ਪਿੰਡ 'ਚ ਤਾਂ ਰਾਤ ਨੂੰ ਨਿਕਲਣ 'ਚ ਡਰ ਲੱਗਦਾ ਹੋਏਗਾ, ਪਰ ਇੱਥੇ ਜੀ ਰਾਤ ਨੂੰ 10 ਵਜੇ 11 ਵਜੇ ਵੀ ਜੇ ਬਾਹਰ ਸੜਕ ਦੇ ਉੱਤੇ ਆ ਜਾਈਏ, ਸਾਨੂੰ ਫਿਕਰ ਨਹੀਂ ਹੁੰਦੀ, ਕਿਉਂਕਿ ਸਾਡੇ ਭਰਾ, ਸਾਡੇ ਜਿਹੜੇ ਪਿਓਾਂ ਵਰਗੇ ਬਜ਼ੁਰਗ ਇੱਥੇ ਬੈਠੇ ਨੇ, ਉਹਨਾਂ ਵਾਸਤੇ ਹੁੰਦੇ ਹੋਏ ਸਾਡੇ ਜਿਹੜਾ ਉਹਨਾਂ ਦਾ ਹੱਥ ਹੈਗਾ ਉਹ ਸਾਡੇ ਹਮੇਸ਼ਾ ਸਿਰ ਤੇ ਰਹਿੰਦਾ ਹੀ ਆ। ਤੇ ਜਿਹੜੇ ਲੋਕਾਂ ਨੈਗੇਟਿਵਿਟੀ ਗੱਲ ਕਰਨੀ ਹੈ, ਦੇਖੋ ਜੇ ਪੂਰੀ ਦੁਨੀਆ ਮੈਂ ਕਹਿੰਦੀ ਹਾਂ ਸਹੀ ਹੋ ਜੇ, ਵਧੀਆ ਗੱਲਾਂ ਕਰਨ ਲੱਗ ਜੇ, ਤਾਂ ਆਪਾਂ ਨੂੰ ਸੜਕਾਂ ਦੇ ਉੱਤੇ, ਦਿੱਲੀ ਦੀ ਬਰੂਹਾਂ ਤੇ ਬੈਠਣ ਦੀ ਲੋੜ ਹੀ ਨਹੀਂ ਪੈਣੀ। ਤਾਂ ਜੇ ਕੋਈ ਜਦ ਤੱਕ ਮਾੜਾ ਨਹੀਂ ਕਹੂਗਾ ਤਾਂ ਆਪਾਂ ਨੂੰ ਚੰਗਾ ਕਰਨ ਦਾ ਮੌਕਾ ਵੀ ਨਹੀਂ ਮਿਲਣਾ। ਤਾਂ ਵਧੀਆ ਜਿਹੜੇ ਲੋਕ ਗੱਲਾਂ ਕਰਦੇ ਨੇ, ਆਪਾਂ ਉਹਨਾਂ ਨੂੰ ਅਗਰ ਕੁਛ ਅੱਗੋਂ ਵਧੀਆ ਕਰਕੇ ਦਿਖਾਉਂਦੇ ਹਾਂ, ਕੁਛ ਵਧੀਆ ਉਦਾਹਰਨ ਸੈੱਟ ਕਰਦੇ ਹਾਂ, ਤਾਂ ਉਹਨਾਂ ਦੇ ਮੂੰਹ ਤੇ ਚਪੇੜ ਤਾਂ ਆਪਣੀਆਂ ਵੱਜ ਕੇ ਉਹ ਆਪੇ ਚੁੱਪ ਕਰ ਜਾਂਦੇ ਨੇ। ਤੇ ਧਨੇਰ ਸਾਹਿਬ ਦਾ ਪੋਤਾ ਫਿਰ ਕਿਹੜੀ ਕਲਾਸ 'ਚ ਪੜ੍ਹਦਾ ਹੈ? ਡੈਡੀ ਸੈਕਿੰਡ ਤੇ ਥਰਡ? ਥਰਡ। ਠੀਕ ਆ, ਫਿਰ ਵੱਡਾ ਹੋ ਕੇ ਕੀ ਬਣੇਗਾ? ਪੋਟਰ ਬਾਕਸਰ। ਬਾਕਸਰ। ਤੇ ਯਾਰ ਤੂੰ ਬਾਕਸਿੰਗ ਕਰਕੇ ਮੁੱਕੇ ਮਾਰ ਕੇ ਦਿਖਾਈ ਮੜਾ, ਕੱਲ ਤੂੰ ਦਿਖਾਇਆ ਤਾਂ ਸੀਗਾ, ਮੜਾ ਦਿਖਾਈ ਕਿਸ ਤਰ੍ਹਾਂ ਬਾਕਸਰ। ਉਧਰ ਨੂੰ ਕੈਮਰੇ ਕਰੇ ਨੂੰ। ਇਹਦੇ 'ਚ ਤਾਂ ਧਨੇਰ ਸਾਹਿਬ ਵਾਲੇ ਮੈਨੂੰ ਤਾਂ ਪੂਰੇ ਹੀ ਗਾਉਣਾ ਹੈ। ਤੇ ਧਨੇਰ ਸਾਹਿਬ, ਤੁਹਾਡੇ ਜਿਹੜਾ ਪਰਿਵਾਰ ਦੇ ਵਿੱਚੋਂ ਤੁਹਾਡੇ 2 ਭਰਾ ਜਿਹੜੇ ਹੈਗੇ ਆ, ਉਹ ਆਪਾਂ ਕਹਗੇ ਇਸ ਦੁਨੀਆ ਤੋਂ ਰੁਖਸਤ ਹੋ ਗਏ, ਉਸ ਤੋਂ ਬਾਅਦ ਤੁਹਾਡਾ ਜਿਹੜਾ ਜਵਾਈ ਵੀ,
ਤੇ ਇਹ ਦੁਨੀਆਦਾਰੀ ਦਾ ਜਿਹੜਾ ਇਹ ਪਹਿਲੂ ਹੈ ਇਹਨੂੰ ਕਿਸ ਤਰ੍ਹਾਂ ਫਿਰ ਨਜਿੱਠਦੇ ਹੋ ਆਪਦੇ ਆਪਾਂ ਕਿ ਦਿਮਾਗ ਤੇ ਬੋਝ ਨਹੀਂ ਪੈਂਦਾ ਕਿ ਪਰਿਵਾਰ ਯਾਰ ਔਖਾ ਹੋ ਗਿਆ? ਦੇਖੋ ਹੁੰਦਾ ਇਹ ਮੈਨੂੰ ਨਾ ਜ਼ਿਆਦਾ ਅਸਲ 'ਚ ਜਿਹੜੀ ਗੱਲ ਕਰਨਾ ਮੇਰੀ ਨਿਉ ਆ ਉਹ ਸਿੱਖ ਇਤਿਹਾਸ ਹੈ, ਜਾਂ ਜਿਹੜਾ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਕੇ ਹਟਿਆ ਮੈਨੂੰ ਜਿਹੜਾ ਸਹੀ ਕਮਿਊਨਿਸਟਾਂ ਦਾ ਰਸਤਾ ਲੱਗਦਾ ਉਹ ਵੀ ਉਹੋ ਜਿਹਾ ਹੀ ਲੱਗਦਾ। ਉਹ ਅਸਲ 'ਚ ਤੁਹਾਨੂੰ ਮਾਨਸਿਕਤਾ ਜਿਹੜੀ ਜੇ ਤੁਹਾਡੀ ਉਹੋ ਜਿਹੀ ਬਣ ਗਈ ਇਹਨਾਂ ਮਸਲਿਆਂ ਦਾ ਹੱਲ ਨਿਕਲਿਆ ਆਉਣਾ ਹੁੰਦਾ। ਨਹੀਂ ਤਾਂ ਫਿਰ ਐਵੇਂ ਹੁਣ ਆਪਾਂ ਮਤਲਬ ਕਈ ਵਾਰੀ ਆਇਆ ਹੁੰਦਾ ਵੀ ਜਾ ਕੇ ਬੰਦਾ ਕੋਈ ਮਰੀਜ਼ ਆ ਹਸਪਤਾਲ ਦੇ ਵਿੱਚ ਦਾਖਲ ਹੋ ਗਿਆ, ਜਿਵੇਂ ਮੰਨ ਲਓ ਮੇਰੇ ਬੇਟੇ ਦਾ ਗੁੱਟ ਕੱਟਿਆ ਗਿਆ ਜਿਸ ਦਿਨ ਪੱਠੇ ਕੁਦਰਤ, ਮੈਂ ਉਦੋਂ ਪੁਲਿਸ ਪੈਂਦੀ ਸੀ, ਸਾਨੂੰ ਚੰਡੀਗੜ੍ਹ ਪ੍ਰੋਗਰਾਮ ਸੀ, ਕੋਈ ਪੁਲਿਸ ਗ੍ਰਿਫਤਾਰੀਆਂ ਕਰਦੀ ਸੀ, ਘਰੋਂ ਬਾਹਰ ਸੀ, ਤੇ ਮੈਨੂੰ ਉਹਦਾ ਪਤਾ ਲੱਗਦਾ 9 ਵਜੇ ਰਾਤ ਨੂੰ। ਉਹ ਹੁਣ ਇਹ ਬਣਾ ਲਿਆ ਸੀ ਵੀ ਦੇਖੋ ਇਲਾਜ ਡਾਕਟਰਾਂ ਨੇ ਕਰਨਾ, ਤੇ ਆਂਢੀ ਗੁਆਂਢੀ ਜਦੇ ਮਤਲਬ ਚੱਕ ਕੇ ਲੈ ਗਏ ਹਸਪਤਾਲ 'ਚ ਲੈ ਗਏ। ਜੇ ਮੈਂ ਹੁਣ ਕਹਿੰਦਾ ਵੀ ਜੇ ਮੈਂ ਲੁਧਿਆਣੇ ਨਹੀਂ ਜਾਂਦਾ ਤਾਂ ਮੇਰੇ ਬਿਨਾਂ ਸਰਨਾ ਨਹੀਂ। ਮੈਂ ਰਾਤ ਨੂੰ ਘਰੇ ਗਿਆ 12 ਕੁ ਵਜੇ, ਬੇਟੀ ਦਾ ਮਤਲਬ ਸਾਰਾ ਪਲੋਸ ਕੇ ਹੌਸਲਾ ਦੇ ਕੇ ਰਾਤੀ ਮੈਂ ਫਿਰ ਘਰੋਂ ਬਾਹਰ ਨਿਕਲ ਗਿਆ। ਤੇ ਤੀਜੇ ਚੌਥੇ ਦਿਨ ਮੈਂ ਉਹਦੇ ਕੋਲੇ ਗਿਆ, ਲੜਕੇ ਕੋਲੇ ਤੀਜੇ ਚੌਥੇ ਦਿਨ ਗਿਆ। ਹੁਣ ਦੇਖੋ ਇਹਨੂੰ ਮਤਲਬ ਗਮ ਤਾਂ ਹੁੰਦਾ ਹੀ ਆ ਹੈ ਨਾ, ਉਹਨੂੰ ਜਰਨ ਦਾ ਜਿਹੜਾ ਮਾਦਾ ਤਿਆਰ ਕਰਨਾ ਪੈਂਦਾ ਮਾਨਸਿਕ ਤੌਰ ਤੇ। ਇੱਦਾਂ ਹੀ ਹੁਣ ਮਤਲਬ ਭਰਾਵਾਂ ਦੀ ਮੌਤ ਹੋਈ ਜਦੋਂ, ਇੱਕ ਦੀ ਤਾਂ ਉਦੋਂ ਮੈਂ ਜੇਲ੍ਹ 'ਚ ਸੀ, ਵੱਡੇ ਜਗਜੀਤ ਦੀ ਤਾਂ ਉਦੋਂ ਹੀ ਮੌਤ ਹੋ ਗਈ 10 ਤਰੀਕ ਨੂੰ, ਤੇ ਮੇਰੀ ਰਿਹਾਈ 15 ਨੂੰ ਹੁੰਦੀ ਹੈ, 14-15 ਨੂੰ। ਉਦੋਂ 1.5 ਮਹੀਨੇ ਬਾਅਦ ਦੂਜੇ ਦੀ ਲਿਵਰ ਦੇ ਵਿੱਚ ਕੈਂਸਰ ਆ ਗਿਆ। 1.5 ਮਹੀਨੇ ਦੇ ਵਿੱਚ ਦੋਨੇ ਭਰਾ ਮਤਲਬ ਚਲੇ ਜਾਂਦੇ ਆ। ਤੇ ਮਤਲਬ 19 ਤਰੀਕ ਨੂੰ ਉਹਦਾ ਭੋਗ ਪੈਂਦਾ ਰਣਜੀਤ ਦਾ, ਤੇ 24 ਤਰੀਕ ਨੂੰ ਮੈਂ ਬੇਰੁਜ਼ਗਾਰਾਂ ਦੇ ਘੋਲ ਦੇ ਵਿੱਚ ਪਾਣੀ ਦੀਆਂ ਵਿਛਾੜਾਂ ਚੱਲ ਰਿਹਾ ਹੁੰਨਾ। ਉਹ ਮਤਲਬ ਮਾਨਸਿਕਤਾ ਤੁਹਾਡੀ ਜੇ ਕਹੂਗੀ ਤਾਂ ਮਤਲਬ ਜੇ ਹੁਣ ਐ ਮੈਂ ਬਹਾਨਾ ਬਣਾ ਕੇ ਬੈਠਾ ਰਹਿਣਾ ਬੇਰੁਜ਼ਗਾਰ ਚੱਲ ਉਹਨਾਂ ਦਾ ਘੋਲ ਤਾਂ ਚੱਲੀ ਜਾਂਦਾ, ਮੇਰੇ ਕੋਲ ਤਾਂ ਘਰੇ ਬੰਦੇ ਆਉਂਦੇ ਆ, ਘਰੇ ਆਉਂਦੇ ਆ, ਦੁੱਖ ਸੁੱਖ ਕਰਕੇ ਚਲੇ ਜਾਂਦੇ ਆ, ਮੈਂ ਨਾ ਘਰੇ ਹੋਊਗਾ ਕੋਈ ਹੋਰ ਹੁੰਦਾ ਉਹਨਾਂ ਨਾਲ ਚਲੇ ਜਾਂਦੇ ਆ। ਇਹ ਤੁਹਾਡੀ ਸੋਚਣ ਦੀ ਫਿਟਿੰਗ ਜੀ ਉਹ ਮੇਰੀ ਉਸ ਹਿਸਾਬ ਨਾਲ ਬਣਾਈ ਹੋਈ ਆ। ਜਰਨ ਸ਼ਕਤੀ ਥੋੜ੍ਹੀ ਜਿਹੀ ਵੱਡੀ ਬਣਾਉਣੀ ਪੈਂਦੀ ਹੁੰਦੀ ਆ। ਹੁਣ ਵੀ ਮਤਲਬ ਮੁਸੀਬਤਾਂ ਦਾ ਮੇਰੇ ਘਰੇ ਕਿਹੜਾ ਹੈ ਨਹੀਂ, ਮੁਸੀਬਤਾਂ ਹੈਗੀਆਂ, ਉਹਨਾਂ ਨੂੰ ਜਰਨ ਦਾ ਤੇ ਹੱਲ ਕਰਨ ਦਾ ਢੰਗ ਬਣਾਉਣਾ। ਮਤਲਬ ਕਿ ਲਾਸਟ ਕੁਐਸਚਨ ਵੀ ਮਤਲਬ ਕਿ ਜ਼ਿੰਦਗੀ ਦੇ ਵਿੱਚ ਜਿਹੜਾ ਸਿਧਾਂਤ ਜ਼ਰੂਰੀ ਆ, ਮਤਲਬ ਕਿ ਕੋਈ ਜ਼ਿੰਦਗੀ 'ਚ ਅੱਗੇ ਵਧਣ ਦਾ। ਹਾਂ ਇਹ ਤਾਂ ਸਿਧਾਂਤ ਤਾਂ ਹੁੰਦਾ ਹੀ, ਸਿਧਾਂਤ ਉਹੀ ਸਾਡਾ ਜਿਹੜਾ ਮੈਂ ਪਹਿਲਾਂ ਹੀ ਕੱਢ ਕੇ ਸਿੱਖ ਗੁਰੂਆਂ ਨੇ ਵੀ ਕਿ ਆਪਾ ਵਾਰਨ ਵਾਲਾ ਸਿਧਾਂਤ ਸਾਨੂੰ ਦਿੱਤਾ ਹੋਇਆ। ਜੇ ਆਪਾ ਵਾਰਨ ਵਾਲਾ ਸਿਧਾਂਤ ਨਹੀਂ ਗਾ, ਕਮਾਉਣ ਵਾਲਾ ਸਿਧਾਂਤ ਆ, ਫਿਰ ਆਪਾਂ ਰਾਜੀ ਨਹੀਂ ਸਕਦੇ। ਜਿਵੇਂ ਵੱਡੇ ਵੱਡੇ ਘਰਾਣੇ ਤੁਸੀਂ ਦੇਖਦੇ ਹੋ, ਬਾਦਲ ਅਮਰਿੰਦਰ ਕੇ ਆ ਜਾਂ ਹੋਰ ਆ, ਕਈ ਘਰਾਣੇ ਟਾਟੇ ਬਾਟੇ ਆ, ਪੈਸਾ ਉਹਨਾਂ ਕੋਲ ਜਿੰਨਾ ਆਈ ਜਾਂਦਾ ਉਨੀ ਉਹਨਾਂ ਨੂੰ ਭੁੱਖ ਲੱਗੀ ਜਾਂਦੀ ਆ। ਅਸਲ 'ਚ ਤੁਹਾਡੇ ਕੋਲ ਟਾਈਮ ਪਾਸ ਕਰਨ ਵਾਲੀ ਵਧੀਆ ਸਾਫ਼ ਰੋਟੀ ਖਾਣ ਵਾਲੀ ਜ਼ਿੰਦਗੀ ਜਿਉਣ ਵਾਲੀ ਜੇ ਨੇਚਰ ਰੱਖੀ ਹੋਈ ਆ, ਫਿਰ ਤੁਸੀਂ ਤੰਗ ਨਹੀਂ ਹੁੰਦੇ ਵਾਲੇ। ਸੋ ਲਾਸਟ ਕੁਐਸਚਨ ਜਿਵੇਂ ਧਨੇਰ ਸਾਹਿਬ ਨੇ ਕਿਹਾ, ਕਿਤੇ ਐਂ ਨਹੀਂ ਲੱਗਦਾ ਜ਼ਿੰਦਗੀ ਦੇ ਵਿੱਚ ਵੀ ਜਿਹੜਾ ਹੈਗਾ ਆਪਾਂ ਨੂੰ ਬਦਨਾਮ ਤਾਂ ਕਰਨਾ, ਜੇ ਜ਼ਿਆਦਾ ਹੀ ਬੰਦੇ ਨੂੰ ਕਿਹੜੀ ਚੀਜ਼ ਜ਼ਿਆਦਾ ਸੁੱਖ ਦਿੰਦੀ ਹੈ ਤੁਹਾਡੇ ਸਾਹਮਣੇ, ਪੈਸਾ ਜਾਂ ਦੁਨੀਆ ਦੇ ਵਿੱਚ ਇੱਜ਼ਤ? ਦੇਖੋ ਪੈਸਾ ਤਾਂ ਕਹਿ ਦਈਏ, ਸਿਆਣੇ ਕਹਿੰਦੇ ਨੇ ਹੱਥਾਂ ਦੀ ਮੈਲ ਹੈ, ਉਹ ਆਊਗਾ ਵੀ ਤਾਂ ਜਾਊਗਾ ਵੀ ਬਹੁਤ ਤੇਜ਼ੀ ਦੇ ਨਾਲ। ਪਰ ਜਿਹੜਾ ਇੱਕ ਬੰਦਾ ਆਪਣਾ ਨਾਮ ਕਮਾ ਲੈਂਦਾ, ਪੈਸੇ ਦੀ ਇੰਨੀ ਅਹਿਮੀਅਤ ਨਹੀਂ ਆਉਂਦੀ। ਆਪਾਂ ਨੂੰ ਬਹੁਤ ਆਪਣੇ ਸਿੱਖ ਇਤਿਹਾਸ ਪੜ੍ਹ ਕੇ ਦੇਖੋ ਜਾਂ ਹਿਸਟਰੀ ਦੇਖੀਏ ਤਾਂ ਬਹੁਤ ਵੱਡੇ ਰਾਜੇ ਮਹਾਰਾਜੇ ਹੋਏ ਆ ਜਿਨ੍ਹਾਂ ਦਾ ਉਸ ਟਾਈਮ ਦੇ ਵਿੱਚ ਉਹਨਾਂ ਦੀ ਜਦੋਂ ਜਿਉਂਦੇ ਸੀਗੇ ਸਿੱਕਾ ਚੱਲਦਾ ਸੀ, ਪਰ ਮਰਿਆਂ ਨੂੰ ਉਹਨਾਂ ਨੂੰ ਕੋਈ ਪੁੱਛਦਾ ਹੀ ਨਹੀਂ, ਉਹਨਾਂ ਦਾ ਨਾਮ ਪੂਰਾ ਇਤਿਹਾਸ 'ਚੋਂ ਗਾਇਬ ਹੋ ਗਿਆ। ਪਰ ਜਿਹੜੇ ਲੋਕ ਚੰਗਾ ਕੰਮ ਕਰਕੇ ਜਾਂਦੇ ਨੇ ਉਹ ਪ੍ਰੈਜ਼ੈਂਟ ਟਾਈਮ ਤੋਂ ਲੈ ਕੇ ਫਿਊਚਰ ਤੱਕ ਆਉਣ ਵਾਲੀ ਪੀੜ੍ਹੀਆਂ ਤੱਕ ਉਹਨਾਂ ਨੂੰ ਯਾਦ ਰੱਖਣਗੇ। ਇਹ ਗੱਲ ਹੈ, ਨਾ ਤੂੰ ਡਰੀ ਨਾ ਘਬਰਾਵੀਂ, ਲਾਂਦਾ ਜ਼ੋਰ ਹਨੇਰਾ ਹੁੰਦਾ, ਰਾਤ ਜਿੰਨੀ ਵੀ ਕਾਲੀ ਹੋਵੇ ਉਹਦਾ ਅੰਤ ਸਵੇਰਾ ਹੁੰਦਾ, ਉਹਦਾ ਅੰਤ ਸਵੇਰਾ ਹੁੰਦਾ। ਤਾਂ ਜਿੰਨੀ ਮਰਜ਼ੀ ਲੋਕ ਕੁਛ ਕਹੀ ਜਾਣ, ਪਰ ਜਦੋਂ ਅੰਤ ਹੈਗਾ ਉਸ ਕਾਲੀ ਹਨੇਰੀ ਰਾਤ ਦਾ, ਇੱਥੇ ਕਾਲੀ ਰਾਤ ਤੋਂ ਭਾਵੇਂ ਉਹਨਾਂ ਸੋਚਾਂ ਦਾ, ਉਹ ਗਲਤ ਸੋਚਾਂ ਦਾ, ਉਹਨਾਂ ਇਲਜ਼ਾਮਾਂ ਦਾ ਜੋ ਚੰਗੇ ਕੰਮ ਕਰਦੇ ਹੋਏ ਲੋਕਾਂ ਦੇ ਅੱਗੇ ਪੇਸ਼ ਆਉਂਦੀਆਂ ਹੀ ਆਉਂਦੀਆਂ ਨੇ, ਪਰ ਉਹਨਾਂ ਔਕੜਾਂ ਨੂੰ ਪਾਰ ਕਰਕੇ ਜਿਹੜਾ ਅੱਗੇ ਨਿਕਲ ਜਾਂਦਾ ਅਸਲੀ ਸ਼ਹਿਨਸ਼ਾਹ ਬਾਦਸ਼ਾਹ ਤਾਂ ਉਹੀ ਕਹਿਲਾਊਗਾ। ਸੋ ਇਹ ਸੀਗੇ ਮਨਜੀਤ ਸਿੰਘ ਧਨੇਰ ਤੇ ਉਹਨਾਂ ਦਾ ਪਰਿਵਾਰ ਤੇ ਉਹਨਾਂ ਦੇ ਪਿੰਡ ਦੇ ਜਿਹੜੇ ਹੈਗੇ ਆ ਜਿੰਨੀਆਂ ਬੀਬੀਆਂ ਆਈਆਂ। ਮੈਂ ਕੋਸ਼ਿਸ਼ ਕੀਤੀ ਆ ਕਿ ਤੁਹਾਡੇ ਤੱਕ ਜਿਹੜੀਆਂ ਕਿਸਾਨੀ ਘੋਲ ਦੀ ਅਸਲ ਸੱਚਾਈ ਤੁਹਾਨੂੰ ਦੱਸ ਸਕਾਂ। ਬਣੇ ਰਹੋ ਗੁਰਪ੍ਰੀਤ ਕੋਟਲੀ ਫੇਸਬੁੱਕ ਪੇਜ ਨਾਲ, ਗੁਰਪ੍ਰੀਤ ਕੋਟਲੀ YouTube ਚੈਨਲ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।